विच बाणी अमृत सारे। गुर बाणी कह सेवक जन मानै, पर तख गुरु निस्तारे। बाणी बिरलो विचार सी, जे को गुरमुख होए। हे बाणी महापुरख की, निज घर वासा होए। श्री वाहिगुरु जी। सारंग महला पंजवा। कहा करें रे खाट खाटुली, पवन अफार तोर चामरो। अत जजरी तेरी रे माटुली, कहा करें रे खाट खाटुली। पवन अफार तोर चामरो। अत जजरी तेरी रे माटुली। रहाओ ऊही ते हरियो, ऊहा ले तरियो। जैसे बासा मास देत चाटुली। देवन हार बिसारियो अंधुले। जो सफरी उदर परै बैहाटुली। साध बिकार बिकार झूठ रस, जह जानो तह पीर बाटुली। कहु नानक समझ रे आने, आज काल खुलै तेरी गांठुली। साध बिकार बिकार झूठ रस, जह जानो तह पीर बाटुली। कहो नानक समझ रे आने, आज काल खुलै तेरी गांठुली। वाहिगुरु जी का खालसा, वाहिगुरु जी की फतेह। परम सन्मानयोग धन धन श्री गुरु ग्रंथ साहिब महाराज जी की पावन हजूरी अंदर जुड़ मिल बैठे गुरु प्यार वाले सतसंगी जनों, वडभागी हो। बेनती है कि धन धन श्री गुरु नानक देव पिता महाराज जी दे 550 साला प्रकाश गुरपुरब नूं समर्पित मिति 26/6/2019 नूं शामी 4 वजे तो सो क्यों मंदा आखीए विषय उत्ते आधारित विशेष पेशकारी इस्त्री अकाली दल वालों NDMC कन्वेंस सेंटर सामने जंतर मंतर विखे कराया जा रहा है। आप जी ने विशेष तौर तो हाज़री भरन की कृपालता करनी है जी। 24 तरीक नूं पंथ रतन मास्टर तारा सिंह जी का 135वां जन्मदिन NDMC कन्वेंस हाल सामने जंतर मंतर विखे शामी
4 ਵਜੇ ਤੋਂ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਇਹਨਾਂ ਵਿੱਚ ਵੀ ਆਪ ਜੀ ਨੇ ਹਾਜ਼ਰੀ ਭਰ ਕੇ ਜੀਵਨ ਸਫਲ ਬਣਾਉਣਾ। ਮਿਤੀ 25 ਤਰੀਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਗੁਰਦੁਆਰਾ ਬਾਬਾ ਬੰਦਾ ਸਿੰਘ ਜੀ ਬਹਾਦਰ ਮਹਿਰੋਲੀ ਵਿਖੇ ਮਨਾਇਆ ਜਾ ਰਿਹਾ ਹੈ। ਮਿਤੀ 29 ਤਰੀਕ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਸ਼ਾਮ ਤੋਂ 10:30 ਵਜੇ ਤੱਕ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਮਨਾਈ ਜਾ ਰਹੀ ਹੈ। ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ, ਜੀਵਨ ਸਫਲ ਬਣਾਓ। ਜਿਵੇਂ ਆਪ ਜੀ ਦੇ ਚਰਨਾਂ ਵਿੱਚ ਕਈ ਰੋਜ਼ ਤੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੇ 550 ਪ੍ਰਕਾਸ਼ ਗੁਰਪੁਰਬ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਰਨਾਂ ਸਕੂਲਾਂ ਵਿੱਚ ਪੜ੍ਹ ਰਹੇ ਘੱਟੋ ਘੱਟ 550 ਹੋਣਹਾਰ ਲੋੜਵੰਦ ਸਿੱਖ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਕਰਾਉਣ ਲਈ ਮਾਇਕ ਸਹਾਇਤਾ ਵਜੋਂ ਗੋਦ ਲੈਣ ਦਾ ਉਪਰਾਲਾ ਕੀਤਾ ਗਿਆ ਹੈ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਕਿ ਆਪ ਜੀ ਨੇ ਆਪਣੇ ਇਲਾਕੇ ਵਿੱਚ ਇਸ ਸਕੀਮ ਬਾਰੇ ਲੋਕਾਂ ਨੂੰ ਦੱਸਣਾ ਹੈ, ਜਾਗਰੂਕ ਕਰਾਉਣਾ ਹੈ ਤਾਂ ਕਿ ਲੋੜਵੰਦ ਅਤੇ ਹੋਣਹਾਰ ਵਿਦਿਆਰਥੀ ਇਸ ਦਾ ਲਾਭ ਲੈ ਸਕਣ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇੱਕ ਵਿਸ਼ੇਸ਼ ਕਾਊਂਟਰ ਬਣਾਇਆ ਗਿਆ ਹੈ ਜੋ ਸਵੇਰੇ 6 ਵਜੇ ਤੋਂ ਰਾਤੀ 9 ਵਜੇ ਤੱਕ ਖੁੱਲ੍ਹਿਆ ਰਹਿੰਦਾ ਹੈ ਅਤੇ ਇਸ ਤੋਂ ਇਲਾਵਾ ਕਮੇਟੀ ਦੇ ਦਫ਼ਤਰ ਵਿੱਚ ਵੀ 11 ਵਜੇ ਤੋਂ ਸ਼ਾਮੀ 4 ਵਜੇ ਤੱਕ ਇਹ ਕਾਊਂਟਰ ਖੁੱਲ੍ਹਿਆ ਰਹਿੰਦਾ ਹੈ। ਆਪ ਜੀ ਨੇ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਇਤਿਹਾਸਕ ਗੁਰਧਾਮਾਂ ਦੀ ਕਾਰ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਉਹਨਾਂ ਦੇ ਸਹਿਯੋਗੀ ਕਰਾ ਰਹੇ ਹਨ। ਆਓ ਜਿੱਥੇ ਆਸਾ ਕੀ ਵਾਰ ਦੇ ਪਵਿੱਤਰ ਕੀਰਤਨ ਦਾ ਆਨੰਦ ਮਾਣਿਆ ਹੈ ਉੱਥੇ ਚੱਲ ਰਹੀ ਦਰ ਘਰ ਦੀ ਮਰਿਆਦਾ ਅਨੁਸਾਰ ਸਮਾਂ ਹੈ ਗੁਰਮਤਿ ਲੜੀਵਾਰ ਵਿਚਾਰ ਦਾ। ਸੇਵਾ ਨਿਭਾ ਰਹੇ ਹਨ ਸਤਿਕਾਰ ਅਤੇ ਸਨਮਾਨਯੋਗ ਡਾਕਟਰ ਮਨਪ੍ਰੀਤ ਸਿੰਘ ਜੀ। ਆਓ ਤਿਨਾਂ ਪਾਸੋਂ ਪ੍ਰੇਮ ਸਹਿਤ ਗੁਰਮਤਿ ਵਿਚਾਰ ਸਰਵਣ ਕਰੋ ਜੀ। ਜੀਵਨ ਸਫਲ ਬਣਾਓ, ਭੁੱਲ ਚੁੱਕ ਬਖਸ਼ੋ, ਗੁਰਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਈ ਮੈਂ ਤੇਰੀ। ना तुम डोलो ना हम गिरते रख लीनी हर मेरी पाछं क्रोत अगरणी वह निरासंग आस पूर्ण निर्तनंग भयंग धनवंत रोगियंग रोग खंडनः भगतं भगत दानं राम नाम गुण कीर्तनः पार ब्रह्म पुरख दाता रह नानक गुर सेवा कि ना लभ्यते बदबख्त हम चूं बखील गाफिल बेनजर बेबाक नानक बुगोयत जन तुरा तेरे चक्रां पाखाक। साहिब सतगुरु श्री गुरु ग्रंथ साहब महाराज जी की पावन हजूरी अंदर सुखां दे खजाने दुखां दे मेटनहार अज्ञानता दे हनेरे नूं
ਗਿਆਨ ਦੇ ਚਾਨਣ ਵਿੱਚ ਤਬਦੀਲ ਕਰਨ ਵਾਲੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਗੁਰੂਦੁਆਰਾ ਬੰਗਲਾ ਸਾਹਿਬ ਜੀ ਦੀ ਹਾਜ਼ਰੀ ਭਰਦੇ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਧੰਤਾ ਦੇ ਯੋਗ ਹੋ, ਵੱਡੇ ਭਾਗਾਂ ਵਾਲੇ ਹੋ ਜੋ ਸਤਿਗੁਰੂ ਜੀ ਦੀ ਮੁਕੱਦਸ ਪਾਵਨ ਬਾਣੀ ਦੀ ਵਿਚਾਰ ਆਪਣੇ ਹਿਰਦੇ ਵਿੱਚ ਵਸਾਉਣ ਵਾਸਤੇ ਸਾਹਿਬ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਔਰ ਘਰਾਂ ਦੇ ਵਿੱਚ ਬੈਠੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਇਸ ਪਾਵਨ ਵਿਚਾਰ ਆਸਾ ਕੀ ਵਾਰ ਦੇ ਕੀਰਤਨ ਤੋਂ ਉਪਰੰਤ ਦੇ ਆਨੰਦ ਮਾਣ ਰਹੀ ਹੈ। ਸੋ ਆਓ ਸਤਿਗੁਰੂ ਜੀ ਦੇ ਚਰਨਾਂ 'ਚ ਮਨ ਜੋੜੀਏ। ਇਹ ਤੁਰ ਕੀ ਬਾਣੀ ਹੈ, ਇਹ ਖਸਮ ਕੀ ਬਾਣੀ ਹੈ, ਇਹ ਅਗਮੀ ਬਾਣੀ ਹੈ, ਇਹ ਗੁਰਮੁਖ ਦੀ ਅੰਤਰੀਵ ਬਿਰਤੀ ਨੂੰ ਜਾਣਨ ਦੀ ਬਾਣੀ ਹੈ, ਇਹ ਅੰਮ੍ਰਿਤ ਧਾਰੀ ਬਾਣੀ ਹੈ, ਇਹ ਅੰਦਰ ਅਗਿਆਨਤਾ ਦਾ ਨਾਸ਼ ਕਰਨ ਵਾਲੀ ਬਾਣੀ ਹੈ। ਸਤਿਗੁਰੂ ਜੀ ਮਿਹਰ ਕਰਨ, ਇਸ ਬਾਣੀ ਦੀ ਵਿਚਾਰ ਕਹਿਣ ਵਾਲਿਆਂ ਨੂੰ ਇਕਾਗਰ ਬਖਸ਼ਣ ਔਰ ਸੁਣਨ ਵਾਲਿਆਂ ਨੂੰ ਅੰਦਰ ਦਾ ਚਾਓ ਸ਼ਰਧਾ ਭਾਵਨਾ ਬਖਸ਼ਣ, ਕੋਈ ਵੀ ਰਸਨਾ ਵਿਰਵੀ ਨਾ ਰਹੇ ਜੀ। ਸਾਰੇ ਅਸੀਸ ਵਜੋਂ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦੀ ਵਿਚਾਰ ਜਿੱਥੇ ਆਪਾਂ ਅੰਜਾਮ ਤੱਕ ਪਹੁੰਚਾਈ ਸੀ, ਆਗਾਜ਼ ਤੋਂ ਲੈ ਕੇ ਅੰਜਾਮ ਤੱਕ ਆਗਾਜ਼ ਕੀਤਾ ਸੀ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਕੱਲ ਦੀ ਵਿਚਾਰ ਦਾ ਜਿਹੜਾ ਭੋਗ ਪਿਆ ਸੀ, ਅੰਤ ਕੀਤਾ ਸੀ, ਉਹ ਸੀ ਕਿ ਮਾਇਆ ਕੀ ਹੈ, ਕਿ ਇਹ ਪੈਦਾ ਕਿੱਥੋਂ ਹੁੰਦੀ ਹੈ, ਕਿ ਇਹ ਕਰਮ ਕੀ ਕਮਾਉਂਦੀ ਹੈ, ਮਾਇਆ ਕਿੱਥੋਂ ਉਪਜੇ, ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹ ਜੀਉ ਬੱਧ ਹੈ, ਹਉਮੈ ਕਰਮ ਕਮਾਏ। ਅੱਜ ਦੀ ਵਿਚਾਰ, ਅੱਜ ਦੇ ਸ਼ਬਦ ਦੀ ਵਿਚਾਰ ਬਿਲਕੁਲ ਉਸੇ ਲੜੀ ਦੇ ਵਿੱਚ ਹੈ, ਪਰ ਭੇਤ ਇੰਨਾ ਹੈ ਕਿ ਕੱਲ ਦੇ ਸ਼ਬਦ ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਾਰੰਗ ਰਾਗ ਦੇ ਵਿੱਚ ਮਾਇਆ ਦੀ ਵਿਉਂਤ, ਮਾਇਆ ਦੇ ਤਰੀਕੇ, ਮਾਇਆ ਨੂੰ ਮੌਣੀ, ਮਾਇਆ ਨੂੰ ਠਗੌਰੀ ਕਹਿ ਕੇ ਬਿਆਨ ਕਰ ਰਹੇ ਸੀ। ਪਰ ਇਸ ਮਾਇਆ ਨੂੰ ਠਗੌਰੀ ਕਿਉਂ ਕਿਹਾ ਗਿਆ ਤੇ ਹਰ ਇੱਕ ਜੀਵ ਇੱਥੇ ਠੱਗਿਆ ਕਿਉਂ ਗਿਆ ਹੈ, ਉਹਦਾ ਜ਼ਿਕਰ ਸਤਿਗੁਰੂ ਜੀ ਨੇ ਅੱਜ ਦੀ ਸ਼ਬਦ ਦੇ ਵਿੱਚ ਕੀਤਾ। ਤੇ ਦੂਸਰੀ ਗੱਲ, ਜੇ ਇਹ ਠਗੌਰੀ ਹੈ, ਮਨ ਜਾਣਤ ਸਭ ਬਾਤ ਜਾਣਤ ਹੀ ਔਗਨ ਕਰੇ, ਜੇ ਇਹ ਠਗੌਰੀ ਹੈ ਤੇ ਫਿਰ ਇਹਦਾ ਅਹਿਸਾਸ ਕਿਉਂ ਨਹੀਂ ਹੁੰਦਾ ਕਿ ਅਸੀਂ ਠੱਗੇ ਜਾ ਰਹੇ ਹਾਂ? ਇਹ ਕਿਉਂ ਨਹੀਂ ਪਤਾ ਲੱਗਦਾ ਕਿ ਇਹ ਠੱਗ ਬੂਟੀ ਸਾਨੂੰ ਵੀ ਮਿਲੀ ਹੋਈ ਹੈ? ਦਿਸ ਇਜ਼ ਜੈਨੂਇਨਲੀ ਇਲੂਜ਼ਨ। ਤੇ ਅਸੀਂ ਇਸ ਇਲੂਜ਼ਨ ਤੋਂ ਬਾਹਰ ਕਿਉਂ ਨਹੀਂ ਨਿਕਲ ਸਕਦੇ? ਕਮਾਲ ਦਾ ਸ਼ਬਦ ਹੈ ਅੱਜ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ। ਕਹਿੰਦੇ ਪਤਾ ਤੇ ਲੱਗ ਜਾਂਦਾ ਹੈ, ਪਰ ਉਸ ਵੇਲੇ ਪਤਾ ਲੱਗਦਾ ਹੈ ਜਿਸ ਵੇਲੇ ਇਹ ਕਾਇਆ ਜਜਰੀ ਹੋ ਜਾਂਦੀ ਹੈ, ਜਿਸ ਵੇਲੇ ਇਸ ਕਾਇਆ, ਇਸ ਸਰੀਰ ਨੂੰ ਤਿਆਗਣ ਦਾ ਸਮਾਂ ਆਉਂਦਾ ਹੈ, ਉਸ ਵੇਲੇ ਅਹਿਸਾਸ ਹੁੰਦਾ ਹੈ ਕਿ ਜਿਨ੍ਹਾਂ ਚੀਜ਼ਾਂ ਵਿੱਚੋਂ, ਜਿਨ੍ਹਾਂ ਰਿਸ਼ਤਿਆਂ ਵਿੱਚੋਂ, ਜਿਨੇ ਬਾਹਰ ਦੇ ਦਿਖਦੇ ਪਸਾਰਿਆਂ ਚੋਂ ਅਸੀਂ ਆਨੰਦ ਦੀ ਆਸ ਰੱਖਦੇ ਸਾਂ ਨਾ, ਇਹ ਸਭ ਝੂਠ ਸੀ, ਸਭ ਫਰੇਬ ਸੀ, ਇਹ ਸਭ ਧੋਖਾ ਸੀ, ਸਭ ਮਾਇਆ ਸੀ, ਇਹ ਆਨੰਦ ਨਹੀਂ ਸੀ। ਆਨੰਦ ਆਨੰਦ ਸਭ ਕੋ ਕਹੈ। ਤੇ ਉਸ ਵੇਲੇ ਪਤਾ ਲੱਗਦਾ ਹੈ ਆਨੰਦ ਗੁਰੂ ਤੇ ਜਾਣਿਆ। ਆਨੰਦ ਤਾਂ ਉਹ ਸੀ ਜਿਹੜੀ ਇਸ ਠਗੌਰੀ ਕਰਕੇ ਮੈਂ ਗਵਾਈ ਬੈਠਾ ਸੀ। ਕੀਤੇ ਕੋ ਮੇਰਾ ਸਮਾਣਾ, ਇਹ ਵੀ ਮਾਇਆ, ਕੱਲ ਵੀ ਜ਼ਿਕਰ ਕੀਤਾ ਸੀ। ਸਿਰਫ ਲక్ష్ਮੀ ਮਾਇਆ ਨਹੀਂ ਹੈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਸਾਰੀ ਮਾਇਆ। ਤੇ ਦੋ ਵਿਚਾਰਾਂ 'ਚ ਸਮਾਪਤੀ ਕੀਤੀ ਸੀ। The two paradoxical dimensions of this illusion Maya in Guru Granth Sahib ਜੀ ਦੀ ਬਾਣੀ, in Guru Granth Sahib ਜੀ ਦੀ ਵਿਚਾਰ ਦੇ ਵਿੱਚ ਇਹ ਦੋ ਚੀਜ਼ਾਂ ਬੜੀਆਂ ਬੜੀਆਂ ਕੀਮਤੀ ਨੇ। ਇੱਕ ਨੂੰ ਸੁਹਾਗਣ ਰੂਪ ਦੇ ਵਿੱਚ, ਧਨ ਸੁਹਾਗਣ ਮਾਂ ਪਵਿੱਤ, ਤਪੀ ਤਪੀ ਸਰ ਡੋਲੇ ਚੀਤ, ਤੇ ਦੂਸਰੀ ਵਿਚਾਰ ਦੇ ਵਿੱਚ
ਨਕਟੀ ਕਿਹਾ ਜੀ ਇਹਨੂੰ, ਜਿਹਨੂੰ ਨੱਕ ਕੱਟੀ ਕਿਹਾ, ਜਿਹੜੀ ਇਹ ਸਾਰਿਆਂ ਨੂੰ ਠੱਗੀ ਬੈਠੀ ਹੈ। ਪਰ ਦੋਨਾਂ ਸ਼ਬਦਾਂ ਦੇ ਵਿੱਚ ਭੇਤ ਇਹ ਹੈ ਕਿ ਜਿਹੜੀ ਗ੍ਰਹਿ ਸੋਭਾ ਹੈ ਉਹ ਵੇਖਣ ਨੂੰ ਬੜੀ ਚੰਗੀ ਲੱਗਦੀ ਹੈ। ਗ੍ਰਹਿ ਸੋਭਾ ਜਾ ਕੈ ਰੇ ਨਾਹੀ ਆਵਤ ਪਈਆ ਖੁਦੈ ਜਾਈ ਵਾਕੈ ਅੰਤਰ ਨਹੀਂ ਸੰਤੋਖ ਧਨ ਸੁਹਾਗਨ ਬਿਨ ਸੁਹਾਗਨ ਲਾਗੈ ਦੋਖ ਧਨ ਸੁਹਾਗਨ ਮਾਂ ਪਵਿੱਤ ਤਪੀ ਤਪੀਸਰ ਡੋਲੇ ਚੀ। ਤੇ ਦੂਸਰਾ इकत पतर पर उरकट कुरकट इकत पतर पर पानी आस पास पंच जोगिया बैठे बीच नकट दे रानी नकटी को ठनगन बाडा डू। हुण ये दो विचारां देखो, जेड़ी ते सुहागन लगदी है माया, गुरु ग्रंथ साहब जी की बाणी विचों भगत कबीर जी कहते हैं उस दिन जिस दिन ये सुहागन चंगी लगन लग गई उस दिन समझो ये ठग बूटी सानू लग गई है। हुण है सुहागन चंगी है, हाथ जोड़ते ने, पर यह छड्डी साडा कख नहीं है। पर जिस दिन ये एहसास हुंदा है कली ये सुहागन नहीं, ये नकटी है, ये नक कट्टी है, इन्हें कख नहीं छड्डना साडा, ये आप भी नक कट्टी है ते इन्हें दुनिया दे विच सानू इन्नी बदनामी खटाउणी है। माटी को पुत्रा कैसे नचत है, ये भी माया, कि ये माया इन्नी डाडी है। जिस वेले सुहागन बन के आउंदी है कहते उस वेले अहंकार इन्ना आ जाता है, इन्ना गर्व आ जाता है। पर कहते जिस वेले ये नकटी बन के जाती है कहती उस वेले कख नहीं छड्डदी। फिर समझो आ दोनों विचकार दियां बिरतियां, तां ये अज दा शब्द समझ आएगा। एक सुहागन सुहागन बन के जद आउंदी है ते बड़ी चंगी लगदी है, बड़ा गर्व ते बड़ा मान देंदी है। सारी बिरती च लक्ष्मी रूप की बिरती च, ज्ञान रूप की बिरती च, ध्यान रूप की बिरती च, ज्ञान की असीम बिरती जिन्हों आपां कल पढ़िया, जे लिख लिख पढ़िया तेता कड़िया, इहदे विच भी हौमे आई। इत्थों तक कि अध्यात्मकता दे विच भी ये माया दा कंडा हौमे रूप चुभन लग जाता है। हौमे भी सूक्ष्म माया है। किवें? जिस दिन कई दिन नेम निभा लिया ना, नितनेम दा, बाणी दा, सिमरन दा, कहते उस रूप च सूक्ष्म किवें आउंदी है। कई दिन नेम निभाउण तो बाद ना मन च एक सूक्ष्म दा वेरी सटल थॉट, बड़ा सूक्ष्म जा फुरना रूप लैके आ जाती है कि लै कमाल हो गई, इन्ने दिन हो गए नेम निभाते हुए, इन्ना कुछ असी इन्ने दिनों तो अमृत वेले उठते हुए हो गए, बस आ जिहड़ा फुरना आ गया ना अगला, असी फलाने तो ते लख गुणा चंगे हाँ। सतगुरु जी कहते उस दिन इहदा कंडा चुभना शुरू हो गया। ये इन्ना सटल है, ये है माया दा फुरना, ये है माया दी खेड। जिस दिन ये मन दे विच फुरना आ गया लै असी उस तो चंगे हो गए, फलाने परिवार तो असी चंगे हो गए, सतगुरु जी कहते उस दिन फिर इन्हें पुठी गिणती सुन करनी शुरू कर देनी है जे गुरु की मत नूं दृढ़ ना किया जाए। माटी को पुत्रा कैसे नचत है, देखै देखै सुनै बौरियो फिरत है। अगे सुनो, जब किछ पावत तब मान करत है, माया गई, लफ्ज माया वरत्या, माया गई तब रोवंद लगत है। आउंदी है ते एक गर्भ रूप च आ जाती है, जाउंदी है ते एक कख नहीं छड्ड के छड्डदी। यही है दो रूप, सुहागन दा आउण लग्या गर्भ ते जान लग्या नकटी रूप दे विच आ बंदे दियां चीसां कढा दिंदी है। हुण इन्हां दोनों अवस्थावां दे विच सानू पता क्यों नहीं लगता कि ये साडे ते हावी हो रही है, असी इहदे गुलाम बन रहे हैं। जद कि सतगुरु जी ने सिख नूं ऐसी अवस्था बख्शी सी ज्ञान ध्यान दी, बाणी दी हमारी प्यारी अमृत धारी, गुर निमख ना मन ते टारी रे। जे गुरां ने इस बाणी नूं एक निमख वास्ते भी अपने जहन, अपने चिंतन, अपने अध्यात्म, अपने अंतशकरण, अपने कॉन्शियस अनकॉन्शियस सबकॉन्शियस माइंड तो नहीं कढ़िया, ਇਹਦਾ मतलब यही कारण सी कि माया गुरु साहिबाना नूं नहीं चिंबड़ी। अज जिस वेले ये बाणी साडे अंतशकरण विचों विसर गई, सतगुरु जी कहते हैं इस माया ने अपनी कला वरतानी, अपना अमर वरताना शुरू कर दिता। ये अमर वरताया, माया अमर वरताया। कहते फिर होया कि सरवण करो जी अज दे शब्द दे विच, फिर होंदा की है जज ये माया अमर वरताउंदी है ते फिर ये मनुख तो किहो जे कार्य कराउंदी है, किन्ना क नीच तक ये मनुख नूं दिखाउण वास्ते मजबूर कर दिंदी है, जिन्ना चिर तक सतगुर दा शब्द नहीं हुंदा।
सतगुरु जी का चेता नहीं होंदा। शब्द है जी सारंग महला पंजवां, धन गुरु अर्जन साहब महाराज। क्योंकि कल की लड़ी जोड़नी बड़ी जरूरी सी, इस करके मैं आप संगतां दे 5 मिनट पहला लए है। क्योंकि कल की जिहड़ी लड़ी आपां समाप्त कीती सी ना, सुहागण ते नकटी आ 2 रूपां च कीती सी। जे ये ना करदे ते फिर मन दे विच कंट्रोवर्सी क्रिएट हो जाती कि सुहागण भी है ते नकटी भी है, की करिए, इस पासे जाइए कि इस पासे जाइए। अज जवाब मिलेगा कि किस पासे जाना, किस पासे। इत मार्ग चलै भाई अड़े, गुर कह सुकार कमाए जियो। त्यागे मन की मतड़ी विसारै, दूजा पाओ ए माया दूजा पाओ जियो। इउं पावै हर दरसावड़ा, नह लगै तत्ती वाओ जियो। तत्ती वाओ भी माया। ते किस रूप दे विच गुरु अर्जन साहब जी अज किरपा करते हैं जी। कहां करहे रे खाट खाटुली। गुरु अर्जन साहब महाराज जी कहते कहां करहे, कहते केड़े पासे तुर पिया सिखा। ए मनुख भई प्राप्त मानुख देहुरिया, गोबिंद मिलन की एह तेरी। आ जिहड़ी माया दा पसारा सी ना, ये ते माया भोगण वस्ते सी, पर होया कि ये पुठा हो गया, माया सानू भोगण लग गई। मैं फिर अर्ज करा, गुरु अर्जन साहब कहते ये माया गुलाम सी सिख दी, मनुख दी, पर होया पुठा, मनुख इस माया दा गुलाम बन गया। क्यों? क्योंकि ये एहसास नहीं होया कि गोबिंद मिलन की एह तेरी बरिया, अवर काज तेरा कितै ना काम। कि संगत दे विच बैठ के घटो घट ए माया दे फुरने ना हावी होण। अवर काज तेरा कितै ना काम, मिल साध संगत भज केवल नाम। कि प्रभु दा नाम जपण वास्ते। पर होया कि कहंदे कहां करह रे खाट खाटुली। केड़ी खट खट्टी खट्टन लग गया मनुख। गुरु अर्जन साहब जी सानू कहंदे क्यों? साहिब जी कहंदे कि बहु पर पंच कर पर धन लियावै। सुनो जी, खाट खाटुली की है, किस तरह दी आ खट। 10 नूआं दी किरत नूं सतगुरु जी मनाई नहीं करदे। उदम करेंदियां जियों तू, कमावंदियां सुख पुंच। ये 2 चीज़ां बिल्कुल आगाज ते आरंभता है। ये जिदे कोल ढिड लग्या है उन्हों उदम जरूरी है, ते उन्हों कमाई 10 नूआं दी किरत जरूरी है। गुरु पातशाह जी का यह फरमान है, उदम करेंदियां जियो तू, कमावंदियां सुख पुंच। जे ये 2 चीज़ां हैगियां ते तीजी चीज नहीं है, सतगुरु जी कहते फिर गर्क हो गया सी, फिर खुआर हो गए। वो तीजी की है, वो तीजी वस्तु, तीजी दात की है। ध्यान दिया तू प्रभु मिल। जपो जी, ध्यान दिया तू प्रभु मिल। आ 2 चीज़ां साडे च प्रबल ने, उदम भी है ते कमाई भी है बाहर दिसदी, पर ये वाली कमाई नहीं की। इस मार्ग ते नहीं चले। होया कि कले माया दे मार्ग, बाहर दे दिसदे मार्ग, रिश्तेदारियां परिवार दे मार्ग। सतगुरु जी कहते ये सिर्फ बाहर दा ठाठा बागा है, अंदर दी शांति नहीं है। जिन्ना वड्डा बंदा लगता है बाहरों, सतगुरु जी कहते भुलेखा ना खाओ, उन्नी अंदर दी तृष्णा दी अग उन्होंने साड़ रही है। वड्डे वड्डे जो दिसै लोग, तिनको व्यापै चिंता रोग। जपो जी, तिनको व्यापै चिंता रोग। अगे की कहते, कौन वड्डा? वड्डा कौन है? भुलेखा। भुलेखा बंदा नहीं वड्डा। कौन वड्डा? माया वड्याई। ये ते वड्याई इस माया दी है जेड़ी पापां करके खटी है। गुरु अमरदास महाराज जी गुरु ग्रंथ साहब जी की बाणी च कहते अज पापां दी कमाई कीती है, बंदा सुख माणदा इस पापां दी कमाई दा। कहते ये पापां दी कमाई दा बीज कदी इहदी जड़ नाश नहीं होंदी। कहते अज नहीं, दूसरी तीसरी चौथी पीढ़ी तक ये बच्चियां नूं गर्क करके रखेगी। फिर सुनो जी, फिर सुनो, गुरु अर्जन साहब जी का शब्द है, लेट मी से दिस, दिस इज द रियलिटी, दिस इज द रियलिटी, दिस इज द रियल एक्सीजीसिस ऑफ द शब्द ऑफ गुरु अमरदास महाराज जी। जे पूर्ण तौर पर शब्द नूं खोलिया जाए, गुरु जी सच कहण तो कदी भी गुरेज नहीं करते, सानू चंगे मार्ग दे। कहंदे अज ते असी ये खाट खाटली खट रहे हैं पापां दी कमाई, पर कहंदे इन्हां ने बच्चियां दे विच जहर दा बीज भर देना, फिर पछतावा रहना साडे कोल कि यह की होया, औलाद इस पासे क्यों तुर पई। इहदा जिक्र अगे होएगा। क्यों? क्योंकि असी इस खाट खाटली का इन्ना प्रबल इस्तेमाल करते हैं कि असी पाप ते पुण्य दोनों चीज़ां विसर जाते हैं।
ਕਿ ਪਾਪ ਕੀ ਹੈ, ਪੁੰਨ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ। ਅਸੀਂ ਬਿਲਕੁਲ ਇਸ ਭੁਲੇਖੇ ਤੋਂ ਬਾਹਰ ਚਲੇ ਜਾਂਦੇ ਆ, ਬਸ ਇਹ ਆਂਦੀ ਰਹੇ। ਪਰ ਸਤਿਗੁਰੂ ਜੀ ਨੇ ਕਿਹਾ ਪਾਪਾਂ ਬਾਝੋਂ ਹੋਵੈ ਨਾਹੀ, ਮੋਇਆ ਸਾਥ ਨਾ ਜਾਏ। ਇਹ ਵੀ ਯਾਦ ਰੱਖਿਓ ਕਿ ਪਾਪ ਤੋਂ ਬਿਨਾ ਇਹ ਖਾਟ ਖਾਟਲੀ ਜਿਹੜੀ ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਪਰਾਇਆ ਧਨ ਧੱਕੇ ਦੇ ਨਾਲ ਨਚੋੜ ਕੇ, ਖੂਨ ਨਚੋੜ ਕੇ, ਧੱਕਾ ਕਰਕੇ, ਧੋਖਾ ਕਰਕੇ, ਖਾਟ ਖਾਟਲੀ ਬਹੁ ਪਰ ਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੇ। ਲੁਟਾ ਦਿੰਦਾ ਉਹਨਾਂ ਉੱਤੇ, ਪਰ ਇਹ ਅਹਿਸਾਸ ਨਹੀਂ ਕਰਦਾ। ਕੱਲ ਜ਼ਿਕਰ ਕੀਤਾ ਸੀ, ਕਿਉਂਕਿ ਬੱਚਿਆਂ ਤੇ ਘਰਦਿਆਂ ਨੂੰ ਇਹ ਨਹੀਂ ਪਤਾ ਕਿ ਕਿਧਰੋਂ ਆ ਰਹੀ ਕਿਧਰੋਂ ਨਹੀਂ ਆ ਰਹੀ। ਬਸ ਸਾਨੂੰ ਚਾਹੀਦੀ ਇਸਤਰੀ ਪੁਰਖੈ ਦਾਮ ਹਿੱਟ, ਭਾਵੇਂ ਆਏ ਕਿਥਾਉ ਜਾਈ, ਭਾਵੇਂ ਜਿੱਧਰੋਂ ਮਰਜ਼ੀ ਆਏ, ਸਾਨੂੰ ਇਹ ਚਾਹੀਦੀ। ਪਰ ਸਤਿਗੁਰੂ ਜੀ ਕਹਿੰਦੇ ਇਹੀ ਭੁਲੇਖਾ ਖੱਪ ਦੇ ਵਿੱਚ, ਕਲੇਸ਼ ਦੇ ਵਿੱਚ ਬਦਲ ਜਾਂਦੀ ਹੈ ਇੱਕ ਦਿਨ। ਉਹਦਾ ਅਹਿਸਾਸ ਬਹੁਤ ਦਿਨਾਂ ਬਾਅਦ, ਕਿਉਂਕਿ ਇਹ ਜਿਹਦੇ ਕੋਲ ਨਹੀਂ ਹੈ ਉਹਨੂੰ ਦੁੱਖ ਹੈ, ਬਿਲਕੁਲ ਦੁੱਖ ਹੈ। ਸਤਿਗੁਰੂ ਜੀ ਕਹਿੰਦੇ ਉਹਦੇ ਅੰਦਰ ਸੰਤੋਖ ਨਹੀਂ ਹੈ। ਨਿਰਧਨ ਆਦਰ ਕੋਈ ਨਾ ਦੇ, ਜਿਹਦੇ ਕੋਲ ਇਹ ਨਹੀਂ ਹੈ ਉਹਨੂੰ ਕੋਈ ਆਦਰ ਨਹੀਂ ਦਿੰਦਾ। ਨਿਰਧਨ ਆਦਰ ਕੋਈ ਨਾ ਦੇ। ਪਰ ਸਤਿਗੁਰੂ ਜੀ ਕਹਿੰਦੇ ਬਾਹਰ ਦਾ ਭੁਲੇਖਾ ਨਾ ਖਾਇਓ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਮੈਂ ਤੁਹਾਨੂੰ ਨਿਰਧਨ ਤੇ ਸਰਧਨ ਦੀ ਵਿਚਾਰ ਸਭ ਤੋਂ ਸ੍ਰੇਸ਼ਟ ਤੇ ਉੱਤਮ ਦੱਸਾਂਗਾ। ਗੁਰੂ ਸਾਹਿਬ ਜੀ ਦੀ ਇਹ ਬਾਣੀ ਹੈ। ਸਾਹਿਬ ਜੀ ਨੇ ਇਹ ਕਿਹਾ ਨਾ ਕਿ ਵੱਡੇ ਵੱਡੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਇਹ ਅੰਦਰੋਂ ਚਿੰਤਾ ਹੈ, ਭੁਲੇਖਾ ਨਾ ਖਾਇਓ। ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ। ਇਹ ਫਕੀਰ ਫਕੀਰੀ ਬੰਦਗੀ ਵਾਲੀ ਨਹੀਂ ਹੈ। ਇਸ ਫਕੀਰ ਦਾ ਅਰਥ ਹੈ ਭਿਖਾਰੀ। ਕਹਿੰਦੇ ਜਿਹਦੇ ਪੱਲੇ ਸਿਰਫ ਔਰ ਸਿਰਫ ਬਾਹਰ ਦਾ ਮਾਇਆ ਰੂਪੀ ਧਨ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਉਹ ਭਿਖਾਰੀ ਹੈ। ਜਿਨ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ। ਪਰ ਜਿਹਦੇ ਕੋਲ ਇਹ ਬਾਹਰ ਦੀ ਮਾਇਆ ਦੇ ਨਾਲ ਅੰਦਰ ਦੀ ਬੰਦਗੀ, ਸਤਿਗੁਰੂ ਜੀ ਦਾ ਪ੍ਰੇਮ, ਅੰਦਰ ਗੁਣੀ ਨਿਦਾਨ ਸਤਿਗੁਰੂ ਕਰਤਾ ਪੁਰਖ ਵਸਿਆ ਹੋਇਆ, ਜਿਨ ਕੈ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਅਸਲੀ ਨਿਰਧਨ ਤੇ ਅਸਲੀ ਸਰਧਨ ਕੌਣ ਹੈ? ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਲੱਖਾਂ ਕੋਸ਼ਿਸ਼ ਕਰ ਲੇ, ਉਹ ਨਿਰਧਨ ਬੰਦਾ ਦੂਜਿਆਂ ਦੇ ਵਿੱਚ ਆਪਣਾ ਪ੍ਰਭਾਵ ਪਾਉਣ ਲਈ ਉਹਦਾ ਕੋਈ ਨਹੀਂ ਸੁਣੇਗਾ। ਮਾਇਆ ਦਾ ਇਹ ਵੀ ਰੂਪ ਹੈ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਜੋ ਨਿਰਧਨ ਸਰਧਨ ਕਹਿ ਜਾਏ। ਦੋ ਸਕੇ ਭਰਾ ਭਗਤ ਕਬੀਰ ਜੀ, ਇੱਕੋ ਮਾਂ ਦੇ ਜਾਏ ਹੋਏ, ਇੱਕੋ ਮਾਂ ਦੇ ਜੰਮੇ ਹੋਏ ਦੋ ਸਕੇ ਭਰਾ। ਇੱਕ ਵਿਚਾਰਾ ਨਿਰਧਨ ਰਹਿ ਗਿਆ ਤੇ ਇੱਕ ਕਰੋੜਪਤੀ ਬਣ ਗਿਆ, ਸਰਧਨ ਹੋ ਗਿਆ। ਕਹਿੰਦੇ ਹੁਣ ਦੋਨਾਂ ਦੇ ਵਿੱਚ ਦੇਖੋ ਮਾਇਆ ਦੀ ਪ੍ਰਬਲਤਾ ਕਿੱਥੋਂ ਹੈ। ਮਾਇਆ ਇਹ ਵੀ ਭੁਲਾ ਦੇਗੀ ਕਿ ਇੱਕੋ ਮਾਂ ਦੇ ਜਾਏ ਹੋਏ ਆ। ਇਹ ਮਾਇਆ ਦਾ ਰੂਪ ਹੈ ਜੀ, ਇਹ ਮਾਇਆ ਦਾ ਪਸਾਰਾ ਹੈ, ਇਹ ਮਾਇਆ ਦਾ ਅਮਰ ਹੈ, ਇਹ ਮਾਇਆ ਦਾ ਜ਼ਹਿਰ ਹੈ। ਕਿਵੇਂ ਕੰਟੈਮੀਨੇਟ ਕਰੇਗੀ ਸਾਡੇ ਅੰਦਰ। ਕਹਿੰਦੇ ਦੋ ਸਕੇ ਭਰਾ ਇੱਕੋ ਮਾਂ ਦੇ ਜਾਏ ਹੋਏ, ਪਰ ਕਹਿੰਦੇ ਜੇ ਇੱਕ ਗਰੀਬ ਭਰਾ ਅਮੀਰ ਸਕੇ ਭਰਾ ਦੇ ਘਰ ਜਾਏ ਨਾ, ਉਹ ਗਰੀਬ ਨੂੰ ਵੇਖ ਕੇ ਮੂੰਹ ਫੇਰ ਲੈਂਦਾ। ਇਹ ਮਾਇਆ ਦਾ ਪ੍ਰਭਾਵ ਹੈ। ਤੇ ਜੇ ਉਹੀ ਸਕਾ ਭਰਾ ਰਹੀਸ ਗਰੀਬ ਦੇ ਘਰ ਜਾਏ, ਗਰੀਬ ਵਿਚਾਰਾ ਭਾਵੇਂ ਕਿਸੇ ਦੂਜੇ ਤੋਂ ਕਰਜ਼ਾ ਫੜੇ, ਪਰ ਉਹ ਉਹਦੀ ਪੂਰੀ ਸੇਵਾ ਕਰੇਗਾ ਕਿ ਮੇਰੇ ਘਰ ਮੇਰਾ ਭਰਾ ਆ ਰਿਹਾ। ਆ ਸਮਝਿਓ ਜੀ, ਬੜਾ ਕਮਾਲ ਦਾ ਕਨਸੈਪਟ ਹੈ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਧਰੇ। ਜੋ ਨਿਰਧਨ ਸਰਧਨ ਕਹਿ ਜਾਵੇ, ਗਰੀਬ ਅਮੀਰ ਦੇ ਘਰ ਜਾ ਰਿਹਾ। ਜੋ ਨਿਰਧਨ ਸਰਧਨ ਕਹਿ ਜਾਵੇ, ਆਗੇ ਬੈਠਾ ਪੀਠ ਫਿਰਾਏ। ਉਹ ਅੱਗੇ ਬੈਠਾ ਹੋਇਆ ਪੀਠ ਫੇਰ ਲੈਗਾ, ਲੈ ਕੁਛ ਮੰਗਣੀ ਆਇਆ ਹੋਏਗਾ। ਇਹ ਪ੍ਰਭਾਵ ਹੈ। ਪਰ ਜੋ ਸਰਧਨ ਨਿਰਧਨ ਕਹਿ ਜਾਏ, ਤੇ ਨਿਰਧਨ ਕੀ ਕਰਦਾ ਹੈ? ਦਿया आदर लिया बिठाए। निरधन सरधन दोनों भाई, प्रभ की कला ना मेटी जाई। कबीर साहब कहते पर कन खोल के सुनियो दुनिया दे लोगों, बाहर दे धन दा भुलेखा ना खा लियो, बाहर दे चका चौंद ए रोशनी दा भुलेखा ना खा लियो। कहो कबीर निरधन है सोई जाके हृदय। कहते जिस दे हिरदे दे अंदर प्रभु दा नाम नहीं है ना, असल दे विच ओ निरधन है। कहो कबीर निरधन है सोई जाके हृदय नाम ना होई। जिदे हिरदे दे विच प्रभु दा नाम नहीं है, कबीर साहब कहते इस दर ते आके ओही निरधन है। प्रभु दी दरगाह च ओही निरधन है जिदे अंदर। क्यों? जिथे ये नाम नहीं है उथे प्रभु दे गुण नहीं है। जिथे ये नाम नहीं है
ਉਥੇ ਪ੍ਰਭੂ ਦਾ ਪਿਆਰ ਪ੍ਰੇਮ ਨਹੀਂ ਹੈ। ਜਿੱਥੇ ਇਹ ਨਾਮ ਨਹੀਂ ਹੈ ਉਥੇ ਐਥੀਕਲ ਡੀਡਸ ਵਰਚੁਅਸ ਵੇ ਆਫ ਲਾਈਫ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਫਿਰ ਉਥੇ ਪਾਪ ਹੈ, ਉਥੇ ਧੱਕਾ ਹੈ। ਸਾਹਿਬ ਜੀ ਇਹੀ ਕਹਿੰਦੇ ਨਾ ਕਿ ਕਹਾਂ ਕਰਹਿ ਰੇ ਖਾਟ ਖਾਟ ਲਈ, ਐਸੀ ਖਾਟ ਖੱਟਣ ਦਾ ਕੀ ਫਾਇਦਾ ਜਿਹੜੀ ਪਾਪਾਂ ਦੀ ਕਮਾ ਕੇ ਘਰ ਆਏ ਤੇ ਆ ਕੇ ਇਹ ਸਾਰਾ ਕੁਝ ਨਸ਼ਟ ਕਰੇ, ਚੌਪਟ ਕਰੇ। ਕਿਸ ਰੂਪ ਦੇ ਵਿੱਚ? ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟਲੀ। ਇਹ ਗੱਲ ਚੇਤਾ ਰੱਖੀ ਮੇਰੇ ਭਾਈ। ਗੁਰੂ ਸਾਹਿਬ ਕਹਿੰਦੇ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ ਹੁਣ ਤੂੰ ਕੀ ਕਰੀ ਜਾਂਦਾ? ਸਾਰੀ ਉਮਰ ਤੂੰ ਪਾਪਾਂ ਦੀ ਕਮਾਈ ਯਤਨ ਕਰਕੇ ਖੱਟਣ ਦੇ ਵਿੱਚ ਘਰ ਲੈ ਕੇ ਆਇਆ, ਪਰ ਕਹਿੰਦਾ ਹੁਣ ਤੇਰਾ ਸਰੀਰ ਜਲਜਰਾ ਹੋ ਗਿਆ ਤੇ ਹੁਣ ਤੈਨੂੰ ਪਛਤਾਵਾ ਹੁੰਦਾ। ਹੁਣ ਤੂੰ ਪਛਤਾਉਂਦਾ ਕਿ ਆ ਜਿਹੜੀ ਚਮੜੀ ਹੈ ਇਹਦੇ ਅੰਦਰ ਹਵਾ ਭਰ ਗਈ ਹੈ, ਇਹ ਹੁਣ ਬੁਢੇਪੇ ਵੱਲ ਆ ਰਹੀ ਹੈ, ਚਮੜੀ ਦਾ ਰੰਗ ਫਿੱਕਾ ਪੈਣਾ ਸ਼ੁਰੂ ਹੋ ਗਿਆ। ਕਹਿੰਦੇ ਹੁਣ ਮੌਤ ਨੇੜੇ ਹੈ ਤੇ ਹੁਣ ਸੋਚੇ ਜਿਹੜੀ ਇਹ ਮਾਇਆ ਕਮਾ ਕੇ ਲਿਆਇਆ ਇਹ ਮੌਤ ਤੋਂ ਬਚਾ ਲੇਗੀ, ਇਹ ਬੁਢੇਪੇ ਤੋਂ ਬਚਾ ਲੇਗੀ, ਇਹ ਬਿਮਾਰੀਆਂ ਤੋਂ, ਇਹ ਸਾਰੀਆਂ। ਸਤਿਗੁਰੂ ਜੀ ਕਹਿੰਦੇ ਨਾ ਭਾਈ, ਜਿਹੜਾ ਸਰਬ ਰੋਗ ਕਾ ਔਖਦ ਨਾਮ ਸੀ ਉਹ ਔਸ਼ਧੀ ਤੇ ਵਿਸਰ ਗਿਆ ਤੂੰ, ਉਹ ਤੇ ਚੇਤਾ ਨਹੀਂ ਕੀਤਾ ਤੇ ਇਸ ਪਾਸੇ ਤੁਰ ਪਿਆ। ਪਵਨ ਅਫਾਰ, ਹੁਣ ਚਮੜੀ ਦੇ ਅੰਦਰ ਹਵਾ ਭਰ ਗਈ ਹੈ। ਤੋਰ ਚਾਮਰੋ, ਆ ਚਮ, ਆ ਹਵਾ ਭਰ ਗਈ ਹੈ। ਅਤ ਜਜਰੀ, ਜਜਰੀ ਕਹਿੰਦੇ ਆ ਬੜੀ ਜ਼ਿਆਦਾ ਝੜਨ ਲੱਗ ਗਈ ਹੈ, ਬੜੀ ਜ਼ਿਆਦਾ ਪੁਰਾਣੀ ਹੋ ਗਈ ਹੈ। ਤੇਰੀ ਰੇ ਮਾਟਲੀ, ਇਹ ਸਰੀਰ। ਸਤਿਗੁਰੂ ਜੀ ਕਹਿੰਦੇ ਕਰੋੜਾਂ ਯਤਨ ਕਰ ਲੋ ਬੁਢੇਪੇ, ਜਜਰੀ ਚਮੜੀ ਨੂੰ, ਜਜਰ ਨੂੰ, ਜਰ ਨੂੰ ਛੁਪਾਉਣ ਦਾ, ਬੁਢੇਪੇ ਨੂੰ ਛੁਪਾਉਣ ਦਾ। ਕਹਿੰਦੇ ਇਹ ਬੁਢੇਪਾ ਹਜ਼ਾਰਾਂ ਤਰੀਕਿਆਂ ਨਾਲ ਤਨ ਦੇ ਆ ਜਾਏਗਾ। ਇੱਕ ਯਤਨ ਨਾਲ ਲੁਕਾਉਣ ਦੀ ਕੋਸ਼ਿਸ਼ ਕਰੋਗੇ, ਕਹਿੰਦੇ ਇਹ ਕਈ ਵੇਸ ਵਟਾ ਕੇ ਆਏਗਾ। ਕਿਹੜਾ ਕਿਹੜਾ ਇਹਦਾ ਵੇਸ ਲੁਕਾ ਲੋਗੇ? ਆ ਸਤਿਗੁਰੂ ਜੀ ਦੀ ਆਸਾ ਕੀ ਵਾਰ ਦਾ ਬਚਨ ਬੜਾ ਕੀਮਤੀ ਹੈ। ਜੇ ਜਰਵਾਣਾ ਪਰ ਹਰੈ, ਜੇ ਬੰਦਾ ਸੋਚੇ ਕਿ ਮੈਂ ਬੁਢੇਪੇ ਨੂੰ ਆਪਣੇ ਤੋਂ ਪਰੇ ਕਰਦਾ, ਇੱਕ ਚੀਜ਼ ਦੇ ਵਿੱਚ ਬਦਲਾਵ ਕਰਦਾ ਆਪਣੇ ਸਰੀਰ 'ਚ, ਇਹ ਸ਼ਿੰਗਾਰ ਕਰ ਲਾਂ, ਇਹ ਸ਼ਿੰਗਾਰ ਕਰ ਲਾਂ। ਜੇ ਜਰਵਾਣਾ ਪਰ ਹਰੈ, ਮੈਂ ਪਰੇ ਕਰਾਂ। ਪਰ ਸਤਿਗੁਰੂ ਜੀ ਕਹਿੰਦੇ ਜਰ ਵੇਸ ਕਰਿੰਦੀ ਆਈ ਹੈ। ਜਰ ਇੱਕ ਰੂਪ ਨਹੀਂ, ਕਰੋੜਾਂ ਰੂਪ ਵਟਾ ਕੇ ਉੱਤੇ ਆ ਜਾਏਗਾ। ਕਰੋੜਾਂ ਰੂਪ। ਕਿਹੜੇ ਕਿਹੜੇ ਰੂਪ ਨੂੰ ਰੋਕੋਗੇ? ਕਹਿੰਦੇ ਇਹ ਵੀ ਮਾਇਆ, ਇਹ ਜਰ ਆਉਣਾ ਇਹ ਵੀ ਮਾਇਆ, ਸਰੀਰ ਦਾ ਮੌਤ ਵੱਲ ਤੁਰਨਾ ਇਹ ਵੀ ਮਾਇਆ ਹੈ। ਕਿਉਂਕਿ ਰੱਬ ਨੂੰ ਵਿਸਾਰ ਦੇਣਾ, ਇਹ ਰਹਾਉ ਦੀ ਤੁਕ ਬੜੀ ਕੀਮਤੀ ਹੈ। ਕਿਉਂਕਿ ਸਤਿਗੁਰੂ ਜੀ ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਔਰ ਇਹਦੇ ਵਿੱਚ ਹੀ दारू ਪਈ ਹੋਈ ਹੈ, ਔਸ਼ਧੀ ਪਈ ਹੋਈ ਹੈ, ਇਸੀ ਤੁਕ ਦੇ ਵਿੱਚ ਕਿ ਇਸ ਮਾਇਆ ਤੋਂ ਕਿਵੇਂ ਬਚਿਆ ਜਾਏ। ਸਤਿਗੁਰੂ ਜੀ ਨੇ ਇੱਕੋ ਤੁਕ 'ਚ ਨਿਬੇੜਾ ਕਰਤਾ। ਇੱਕ ਪਾਸੇ ਸੁਹਾਗਣ ਹੈ, ਇੱਕ ਪਾਸੇ ਨਕਟੀ ਹੈ। ਜੇ ਇਸ ਤੋਂ ਬਚਣਾ ਹੈ ਤੇ ਸਤਿਗੁਰੂ ਜੀ ਕਹਿੰਦੇ ਇੱਕ ਗੱਲ ਚੇਤੇ ਰੱਖੋ, ਕਿੱਥੇ ਚਾਰ ਗੱਲਾਂ ਨਾ ਵਾਪਰਨ ਸਾਡੀ ਜ਼ਿੰਦਗੀ 'ਚ। ਸਿਰਫ ਕਹਿੰਦੇ ਇੱਕ ਗੱਲ ਦਾ ਹੋਰ ਚੇਤਾ ਰੱਖੋਗੇ ਤੇ ਇਹ ਮਾਇਆ ਖਹਿੜਾ ਛੱਡ ਜਾਏਗੀ। ਚਾਰ ਚੀਜ਼ਾਂ ਕਿਹੜੀਆਂ ਨੇ? ਖਾਣਾ, ਪੀਣਾ, ਹੱਸਣਾ, ਸੌਣਾ। ਇਹ ਚਾਰ ਚੀਜ਼ਾਂ ਨੇ। ਪਰ ਕਹਿੰਦੇ ਇੱਕ ਚੀਜ਼ ਜਿਹੜੀ ਸਭ ਤੋਂ ਪਹਿਲਾਂ ਚੇਤੇ ਹੋਣੀ ਚਾਹੀਦੀ ਸੀ ਉਹ ਵਿਸਰ ਗਈ ਹੈ। ਵਿਸਰ ਗਿਆ ਹੈ ਮਰਨਾ। ਜੇ ਮਰਨਾ ਚੇਤੇ ਹੈ, ਸਤਿਗੁਰੂ ਜੀ ਕਹਿੰਦੇ ਫਿਰ ਮਾਇਆ ਪ੍ਰਭਾਵ ਨਹੀਂ ਪਾ ਸਕੇਗੀ। ਜੇ ਆਪਣੀ ਮੌਤ, ਆਪਣਾ ਮਰਨਾ, ਪਹਿਲਾ ਮਰਨ ਕਬੂਲ ਹੈ, ਜੀਵਨ ਕੀ ਛਡਿਆਸ ਵਾਲੀ ਬਿਰਤੀ ਹੈ, ਸਤਿਗੁਰੂ ਜੀ ਕਹਿੰਦੇ ਫਿਰ ਇਹ ਰੇਣੂਕਾ, ਫਿਰ ਇਹ ਮਾਇਆ ਵੀ ਰੇਣੂਕਾ ਹੋ ਜਾਏਗੀ, ਇਹ ਮਾਇਆ ਵੀ ਪੈਰਾਂ ਦੀ ਦਾਸੀ ਹੋ ਜਾਏਗੀ। ਜੇ ਇਹ ਮਰਨਾ, ਜੇ ਇਹ ਪਤਾ ਹੈ ਕਿ ਇਸ ਦੇਹ ਨੇ ਜਰਜਰੀ ਹੋਣਾ ਹੈ, ਇਸ ਦੇਹ ਨੇ ਮਿੱਟੀ ਹੋਣਾ ਹੈ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਇਹ ਪਤਾ ਹੈ ਕਿ ਛਿਨ ਛਿਨ ਔਦ ਬਿਹਾਦ ਹੈ, ਫੂਟੇ ਘਟ ਜਿਉ ਪਾਣੀ ਕੀ, ਇੱਕ ਦਿਨ ਇੱਥੋਂ ਜਾਣਾ ਹੈ। ਪਾਪ ਤੇ ਪੁੰਨ ਦਾ ਨਿਬੇੜਾ ਕਰਕੇ ਜਾਣਾ ਹੈ, ਪਾਪ ਤੇ ਪੁੰਨ ਦੀ ਸਜ਼ਾ ਭੋਗ ਕੇ ਜਾਣੀ ਹੈ। ਬਿਲਕੁਲ ਭੁਲੇਖੇ 'ਚ ਨਾ ਰਹੀਏ ਕਿ ਅਸੀਂ ਸਿਰਫ ਪਾਪ ਕਰਕੇ, ਇਹ ਖੱਟ ਕੇ ਪਾਪਾਂ ਦੀ ਕਮਾਈ ਨਿਰਲੇਪ ਹੋ ਕੇ ਚਲੇ ਜਾਵਾਂਗੇ। ਗੁਰੂ ਅਰਜਨ ਸਾਹਿਬ ਕਹਿੰਦੇ ਨਾ, ਜਿਹਦੇ ਅੰਦਰ ਇਹ ਚੇਤਾ ਆ ਜੇ ਨਾ ਕਿ ਜਾਣਾ, ਮਰਨ ਲਿਖਾਏ ਮੰਡਲ ਮੈਂ ਆਏ। ਗੁਰੂ ਨਾਨਕ ਸਾਹਿਬ ਇਹੀ ਕਹਿੰਦੇ ਨਾ ਕਿ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ। ਇਹ ਗੱਲ ਚੇਤੇ ਰੱਖ ਲਿਓ ਕਿ ਇਹ ਮੌਤ, ਇਹ ਮਰਨਾ ਸਾਰਿਆਂ ਦੇ ਘਰ ਹੈ, ਇਹ ਪਹੁੰਚਾ ਸਾਰਿਆਂ ਦਾ ਲਿਖਿਆ ਹੋਇਆ। ਘਰ ਘਰ ਇਹੋ ਪਹੁੰਚਾ, ਸਜੜੇ ਨਿਤ ਪਵਨ,
ਸੱਦਨਹਾਰਾ ਸਿਵਰਿਐ ਨਾਨਕ ਸੇ ਦੇਹ ਆਵਨ। ਉਹ ਦਿਨ ਨੇੜੇ ਹੈ, ਇਹ ਦੇਹ ਇਹ ਕਾਇਆ ਜਰਜਰੀ ਹੋਏਗੀ, ਜਰ ਵੇਸ ਕਰਿੰਦੀ ਆਈ ਹੈ। ਲੱਖਾਂ ਯਤਨ ਕਰੀਏ ਪਰ ਜ਼ਰ ਨੇ ਆਈ ਜਾਣਾ, ਬੁਢੇਪੇ ਨੇ ਆਈ ਜਾਣਾ। ਸਤਿਗੁਰੂ ਜੀ ਅੱਗੇ ਕਹਿੰਦੇ ਊਹੀ ਤੇ ਹਰਿਓ ਉਹਾਲੇ ਧਰਿਓ, ਜੈਸੇ ਬਾਸਾ ਮਾਸ ਦੇਤ ਝਾਟੁਲੀ। ਬੜਾ ਬੜਾ ਕੀਮਤੀ ਬਚਨ ਹੈ ਜੀ, ਇਹ ਬਚਨ ਹਿਲਾ ਕੇ ਰੱਖ ਦੇਣ ਵਾਲਾ ਹੈ। ਹੁਣ ਥੋੜਾ ਇੱਥੇ ਖੜ ਕੇ ਵਿਚਾਰੀ ਸੁਹਾਗਨ ਤੇ ਨਕਟੀ ਦੇ ਵਿੱਚ ਦੀ ਬਿਰਤੀ ਦਾ, ਕਿਉਂਕਿ ਅਸਲ ਦੇ ਵਿੱਚ ਜਦ ਧਰਮ ਦੇ ਮਾਰਗ ਦੀ ਯਾਤਰਾ ਕੀਤੀ ਜਾਂਦੀ ਹੈ, ਜਦ ਧਰਮ ਦੇ ਮਾਰਗ ਤੇ ਤੁਰਿਆ ਜਾਂਦਾ ਹੈ, ਤੇ ਕਬੀਰ ਸਾਹਿਬ ਕਹਿੰਦੇ ਜਿਸ ਵੇਲੇ ਮੈਂ ਧਰਮ ਦੇ ਮਾਰਗ ਤੇ ਤੁਰਿਆ ਨਾ, ਮੈਨੂੰ ਇਹ ਅਹਿਸਾਸ ਹੋਇਆ ਕਿ ਇੱਕ ਆਮ ਬੰਦਾ, ਇੱਕ ਆਮ ਸਿਰਫ ਗ੍ਰਸਤ ਜਾਂ ਕਿਰਤ ਕਰਨ ਵਾਲਾ ਬੰਦਾ ਜਿਹੜਾ ਬੰਦਗੀ ਦੇ ਮਾਰਗ ਤੇ ਨਹੀਂ ਤੁਰਿਆ, ਕਹਿੰਦੇ ਉਸਦੇ ਲਈ ਮਾਇਆ ਇੰਨੀ ਡਾਢੀ ਤੇ ਇੰਨੀ ਖਤਰਨਾਕ ਨਹੀਂ ਹੁੰਦੀ ਜਿੰਨਾ ਬੰਦਗੀ ਤੇ ਧਰਮ ਦੇ ਮਾਰਗ ਤੇ ਚੱਲਣ ਵਾਸਤੇ ਖਤਰਨਾਕ ਹੋ ਜਾਂਦੀ। ਕਿਵੇਂ? ਕਹਿੰਦੇ ਜਦ ਮੈਂ ਬੰਦਗੀ 'ਚ ਬੈਠਾ, ਕਬੀਰ ਆਈ ਮੁਝੇ ਪੇ, ਇਹ ਮਾਇਆ ਮੇਰੇ ਤੇ ਆਈ। ਕਹਿੰਦੇ ਇੱਕ ਜਾਂ ਦੋ ਰੂਪ 'ਚ ਨਹੀਂ ਆਈ, ਕਹਿੰਦੇ ਅਨਕ ਕਰੇ ਕਰ ਭੇਖ, ਕਹਿੰਦੇ ਕਰੋੜਾਂ ਭੇਖ ਬਣਾ ਕੇ ਆਈ। ਕਬੀਰ ਸਾਹਿਬ ਕਹਿੰਦੇ ਮੈਂ ਹੈਰਾਨ ਹੋ ਗਿਆ, ਇਸ ਮਾਇਆ ਦੀ ਭੇਖ ਵਾਲੀ ਬਿਰਤੀ ਨੇ, ਇਸ ਠਗੌਲੀ ਨੇ, ਇਸ ਠੱਗ ਬੂਟੀ ਨੇ ਕਹਿੰਦੇ ਬਾਹਾਂ ਖੜੀਆਂ ਕਰਾਤੀਆਂ। ਜਦ ਬੰਦਗੀ 'ਚ ਨਹੀਂ ਤੁਰੇ ਸੀ ਤਾਂ ਇਹਦੇ ਇੰਨੇ ਕੁ ਭੇਖ ਕਦੀ ਨਹੀਂ ਦੇਖੇ ਸੀ। ਕਹਿੰਦੇ ਬੰਦਗੀ 'ਚ ਬੈਠੇ ਚੋਕੜਾ ਮਾਰਾ, ਅੱਖਾਂ ਬੰਦ ਕੀਤੀਆਂ, ਕਹਿੰਦੇ ਬਚਪਨ ਦੇ ਫੁਰਨੇ ਜਿਹੜੇ ਐਨ ਧੁਰ ਨੇਸਤੋ ਨਾਬੂਦ ਧੁਰ ਡੂੰਘਾਈ ਦੇ ਵਿੱਚ ਸਾਡੀ ਮਨ ਦੀ ਬਿਰਤੀ ਦੇ ਅੰਦਰ ਜਿਹੜੇ ਦੱਬੇ ਗਏ ਸਨ, ਜਿਹਦਾ ਚਿੱਤ ਚੇਤਾ ਵੀ ਨਹੀਂ ਸੀ, ਜਿਨ੍ਹਾਂ ਬਾਰੇ ਕਦੀ ਸੋਚਿਆ ਵੀ ਨਹੀਂ, ਕਹਿੰਦੇ ਚੋਕੜਾ ਲਾਇਆ, ਮਨ ਟਿਕਾਉਣ ਦੀ ਕੋਸ਼ਿਸ਼ ਕੀਤੀ। ਕਹਿੰਦੇ ਉਹ ਜਿਹੜੇ ਡੂੰਘੇ ਦੱਬੇ ਹੋਏ ਵਿਚਾਰ ਫੁਰਨੇ ਸਨ ਨਾ, ਜਿਹੜੇ ਬਹੁਤ ਰਸਾਤਲ ਤੱਕ ਡੂੰਘੇ ਦੱਬੇ ਗਏ ਸੀ, ਜਿਨ੍ਹਾਂ ਦਾ ਚਿੱਤ ਚੇਤਾ ਨਹੀਂ ਰਿਹਾ, ਕਹਿੰਦੇ ਇਸ ਮਾਇਆ ਨੇ ਉਹ ਫੁਰਨਿਆਂ ਨੂੰ ਪੱਟ ਕੇ ਕਹਿੰਦੇ ਸਾਡੇ ਸਾਹਮਣੇ ਰੱਖ ਦਿੱਤਾ। ਕਹਿੰਦੇ ਅੰਦਰ ਤਲਫਲੀ ਮਚਾਈ ਇਸ ਮਾਇਆ ਨੇ। ਕਬੀਰ ਆਈ ਮੁਝੇ ਪੇ ਅਨਕ ਕਰੇ ਕਰ ਭੇਖ, ਬੜੇ ਭੇਖ ਬਣਾ ਕੇ ਆਈ। ਕਹਿੰਦੇ ਇਹਨੇ ਮਨ ਨਹੀਂ ਟਿਕਣ ਦਿੱਤਾ ਬੰਦਗੀ ਕਰਨ ਲੱਗਿਆ, ਇਹਨੇ ਇੱਕ ਖਿਣ ਵੀ ਮਨ ਨੂੰ ਟਿਕਾਉਣ ਨਹੀਂ ਦਿੱਤਾ, ਕਿਉਂਕਿ ਇਹਨੂੰ ਪਤਾ ਹੈ ਜੇ ਮਨ ਟਿਕ ਗਿਆ ਫਿਰ ਮੈਂ ਦਾਸੀ ਹੋ ਜਾਵਾਂਗਾ, ਫਿਰ ਮੇਰਾ ਕੱਖ ਨਹੀਂ ਰਹਿਣਾ, ਫਿਰ ਮੈਨੂੰ ਫਿਰ ਕੱਟ ਦੇਗਾ ਇਹ ਸਾਧ, ਇਹ ਸੰਤ, ਇਹ ਭਗਤ, ਇਹ ਗੁਰਮੁਖ, ਇਹ ਸੰਤ ਜਨ। नाको काटी कानू काटी काट कूट के डारी, कहो कबीर संतन की बैरन तीन लोक की प्यारी। पर कहते जेड़ा आम है, जेड़ा आम बंदा पाप करके इस माया दे विच फसिया होया, माया सिर्फ लक्ष्मी नहीं, दूसरियां नू झूठे रूप दे विच रिश्तेदारियां नू खुश करना, उन्हां दा संबंध रखना, कुटुंब दा, मित्र दा, इष्ट दा, भाई दा। सतगुरु जी कहते यह भी माया है, ਇਹ ਵੀ ਮਾਇਆ। ਭੱਟ ਜੀ ਨੇ ਗੁਰੂ ਰਾਮਦਾਸ ਜੀ ਬਾਬਤ ਜਿਹੜਾ ਇੱਕ ਸਵਈਆ ਉਚਾਰਿਆ ਨਾ, ਉਹਦੇ ਵਿੱਚ ਮਾਇਆ ਲਫ਼ਜ਼ ਦੀ ਬਿਰਤੀ ਦੀ ਵਰਤੋਂ ਕੀਤੀ ਹੈ। ਉਹ ਜ਼ਿਕਰ ਕੀਤਾ ਮਾਇਆ ਮੋਹ ਭਰਮ ਭੈ ਭੂਲੇ, ਆ ਚਾਰ ਚੀਜ਼ਾਂ ਤੇ ਭੁੱਲੇ ਪਏ ਆ। ਤੇ ਉਹਦੇ ਵਿੱਚ ਕਿਹੜਾ ਕਿਹੜਾ ਜ਼ਿਕਰ ਕੀਤਾ? ਪਹਿਲਾਂ ਲਫ਼ਜ਼ ਮਾਇਆ ਵਰਤਿਆ, ਉਸਤਤ ਗੁਰੂ ਰਾਮਦਾਸ ਮਹਾਰਾਜ ਜੀ ਦੀ, ਤੇ ਲਫ਼ਜ਼ ਮਾਇਆ, ਮਾਇਆ ਮੋਹ ਭਰਮ ਪੈ ਭੂਲੇ, ਕੱਲੀ ਲక్ష్ਮੀ ਮਾਇਆ ਨਹੀਂ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਸਤਿਗੁਰੂ ਜੀ ਕਹਿੰਦੇ ਇਹ ਵੀ ਮਾਇਆ। ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਗਿਆਨ, ਇਹ ਬਿਰਤੀ ਬਾਣੀ ਕਹਿੰਦੀ ਇਹ ਵੀ ਮਾਇਆ, ਕਿ ਇਹ ਵੀ ਮਾਇਆ ਦਾ ਰੂਪ। ਕਹਿੰਦੇ ਫਿਰ ਮਾਇਆ ਅਸੀਂ ਇਕੱਠੀ ਕਰਕੇ ਕਿਵੇਂ ਲਿਆਉਂਦੇ ਆ? ਪਾਪ ਦੀ, ਪਾਪ ਦਾ ਜ਼ਿਕਰ ਕੀਤਾ ਜੀ ਨਾ, ਇੱਥੇ ਚੰਗੀ ਕਿਰਤ ਕਰਕੇ ਹਲਾਲ ਦੀ ਕਮਾਈ ਦੇ ਬਾਬਤ ਕਿਹਾ, ਤੇ ਨਾ ਇੱਥੇ ਜਿਹੜਾ ਮਸ਼ੱਕਤ ਕਰਕੇ, ਜਿਹੜਾ ਬਿਲਕੁਲ ਸੱਚ ਦੀ ਕਮਾਈ ਸੁਕ੍ਰਿਤ ਕਰਕੇ ਖਾ ਰਿਹਾ, ਉਹਦੇ ਲਈ ਇਹ ਬਚਨ ਨਹੀਂ ਹੈ। ਮੈਂ ਫਿਰ ਜ਼ਿਕਰ ਕਰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇਹ ਬਿਲਕੁਲ ਸੱਚ ਕਰ ਦਿੱਤਾ। ਕਹਿੰਦੇ ਜਿਹੜਾ ਸੱਤ ਦੀ ਕਮਾਈ ਖਾ ਰਿਹਾ, ਜਿਹੜਾ ਧਿਆ ਰਿਹਾ ਪ੍ਰਭੂ ਨੂੰ, ਕਹਿੰਦੇ ਉਹਨੂੰ ਫਿਰ ਚਿੰਤਾ ਨਹੀਂ। ਉਦਮ ਕਰੇਂਦਿਆਂ ਜੀਉ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਉਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਉਹਦਾ ਸਭ ਕੁਝ ਪਵਿੱਤਰ ਹੈ,
ਜਿਹੜਾ ਸਤਿਗੁਰ ਜੀ ਦੇ ਵਿੱਚ ਧਿਆਨ ਜੋੜ ਕੇ ਕਮਾ ਰਿਹਾ, ਖਾ ਰਿਹਾ, ਸਾਰਾ ਕੁਝ ਨਿਭਾ ਰਿਹਾ ਹੈ, ਕਿਉਂਕਿ ਪ੍ਰੀਤ ਹੈ, ਕਿਉਂਕਿ ਸਤਿਗੁਰ ਜੀ ਦੇ ਨਾਲ ਜੁੜਿਆ ਹੋਇਆ ਹੈ। ਤਿਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੀ, ਕਮਾਲ ਦਾ ਬਚਨ ਹੈ। ਉਥੇ ਮਾਇਆ ਲਫ਼ਜ਼ ਪਵਿੱਤ ਵਰਤਿਆ, ਬਿਲਕੁਲ ਮਾਇਆ ਲਫ਼ਜ਼ ਵਰਤਿਆ, ਪਰ ਅੱਗੇ ਪਵਿੱਤ ਪਰ ਵਰਤਿਆ ਗੁਰੂ ਸਾਹਿਬ ਜੀ ਨੇ। ਤਿਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਜਪੋ ਜੀ, ਜੋ ਨਾਮ ਹਰ ਰਾਤੇ। ਇਥੋਂ ਇਸ ਦੂਸਰਾ ਰੂਪ ਪ੍ਰਗਟ ਹੁੰਦਾ ਹੈ ਮਾਇਆ ਦਾ, ਕਿ ਇਹ ਸੱਚ ਹੈ, ਇਹ ਪਵਿੱਤ ਹੈ, ਇਹ ਸੁਖ ਦੇਣ ਵਾਲੀ ਹੈ, ਇਹ ਭੋਗਣ ਵਾਲੀ ਹੈ, ਨਾ ਕਿ ਇਹ ਸਾਨੂੰ ਭੋਗ ਰਹੀ ਹੈ, ਇਹ ਸਿੱਖ ਨੂੰ ਭੋਗ ਰਹੀ ਨਾ। ਉਹਨਾਂ ਦਾ ਪਵਿੱਤ ਹੈ ਜੋ ਨਾਮ ਹਰ ਰਾਤੇ। ਅੱਗੇ ਦੇਖੋ, ਤਿਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਤਿਨ ਕੇ ਘਰ ਮੰਦਰ ਮਹਿਲ ਸਰਾਈ। ਕਮਾਲ ਕੀਤੀ ਗੁਰੂ ਸਾਹਿਬ ਨੇ, ਕਿੰਨੀ ਡਿਟੇਲਿੰਗ ਚ ਗਏ ਇੱਕ ਇੱਕ ਸ਼ਬਦ ਦੀ। ਤਿਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨੇ ਗੁਰਮੁਖ ਸਿੱਖ ਸੇਵਕ ਅਭਿਆਗਤ ਜਾਏ ਵਰਸਾਤੇ। ਕਹਿੰਦੇ ਉਹ ਧਨ ਨੇ, ਉਹਨਾਂ ਦੇ ਘਰ ਮਹਿਲ ਸਾਰਾ ਕੁਝ। ਤਿਨ ਕੇ ਤੁਰੇ ਜ਼ੀਨ ਖੁਰਗੀਨ। ਉਹਨਾਂ ਦੇ ਘੋੜੇ ਦੀਆਂ ਕਾਠੀਆਂ, ਰੱਥ ਅੱਜ ਦੇ ਸਮੇਂ ਦੀਆਂ ਗੱਡੀਆਂ। ਲਫ਼ਜ਼ ਤੇ ਤੁਰੇ ਜ਼ੀਨ ਖੁਰਗੀਨ ਹੈ, ਕੰਟੈਂਪਰੇਰੀ ਟਾਈਮ ਦੇ ਵਿੱਚ ਸਾਡੀਆਂ ਸਵਾਰੀਆਂ, ਕਹਿੰਦੇ ਉਹ ਵੀ ਪਵਿੱਤਰ ਨੇ। ਤਿਨ ਕੇ ਤੁਰੇ ਜ਼ੀਨ ਖੁਰਗੀਨ ਸਭ ਪਵਿੱਤ ਹੈ, ਜਿਨੀ ਗੁਰਮੁਖ ਸਿੱਖ। ਕਹਿੰਦੇ ਤਿਨੀ ਗੁਰਮੁਖ ਸਿੱਖ ਸਾਧ ਚੜ ਜਾਤੇ। ਕਹਿੰਦੇ ਜਿਨ੍ਹਾਂ ਦੇ ਉੱਤੇ ਬੰਦਗੀ ਕਰਨ ਵਾਲੇ ਬੈਠਦੇ ਨੇ ਨਾ, ਉਹ ਸਵਾਰੀਆਂ ਵੀ ਪਵਿੱਤਰ ਨੇ ਤੇ ਧਨ ਹੈ। ਉਹ ਮਾਇਆ ਫਿਰ ਮੈਲ ਨਹੀਂ ਹੈ, ਉਹ ਮਾਇਆ ਫਿਰ ਦੁੱਖ ਨਹੀਂ ਹੈ। ਪਰ ਦੁੱਖ ਕਿਹਦੇ ਲਈ ਹੈ? ਉਹਦਾ ਸਰਵਣ ਕਰੋ ਜੀ, ਉਹਨੂੰ ਸੁਣੋ। ਦੁੱਖ ਕਿਹਦੇ ਲਈ ਹੈ? ਸਤਿਗੁਰ ਜੀ ਕਹਿੰਦੇ ਦੁੱਖ ਉਸ ਦਿਨ ਬਣ ਜਾਂਦੀ ਹੈ ਜਿਸ ਦਿਨ ਇਹ ਵਾਲਾ ਕਾਰਜ ਹੁੰਦਾ ਹੈ। ਕਹਿੰਦੇ ਉਹੀ ਤੇ ਹਰਿਓ ਉਹਾਂ ਲੈ ਧਰਿਓ, ਜੈਸੇ ਬਾਸਾ ਮਾਸ ਦੇਤ ਝਾਟਲੀ। ਬਾਸਾ ਅਸਲ ਦੇ ਵਿੱਚ ਨਾਮ ਹੈ ਬਾਸ਼ਾ। ਬਾਸ਼ਾ ਇੱਕ ਪੰਛੀ ਹੈ। ਭਾਈ ਕਾਨ ਸਿੰਘ ਨਾਭਾ ਬਾਸ਼ਾ ਪੰਛੀ ਬਾਬਤ ਮਹਾਨ ਕੋਸ਼ ਦੇ ਵਿੱਚ ਜ਼ਿਕਰ ਕਰਦੇ ਨੇ। ਕਹਿੰਦੇ ਬਾਜ ਤੋਂ ਛੋਟਾ ਜੀ ਹੁੰਦਾ ਹੈ। ਇਹ ਬਾਜ ਨਹੀਂ ਹੈ ਜੀ, ਭੁਲੇਖਾ ਨਾ ਖਾਣਾ। ਬਾਜ ਔਰ ਬਾਸ਼ਾ ਦੇ ਵਿੱਚ ਬੜਾ ਫਰਕ ਹੈ। ਕਹਿੰਦੇ ਬਾਜ ਵਰਗਾ ਹੈ ਪਰ ਬਾਜ ਤੋਂ ਛੋਟਾ ਹੈ। ਦਿੱਖ ਇਹਦੀ ਬਾਜ ਵਰਗੀ ਹੈ, ਪਰ ਇਹਦੇ ਲੱਛਣ ਤੇ ਇਹਦਾ ਜੀਵਨ ਬਾਜ ਵਰਗਾ ਨਹੀਂ ਹੈ। ਬਾਸ਼ਾ ਕਰਦਾ ਕੀ ਹੈ? ਬਾਜ ਔਰ ਬਾਸ਼ੇ ਦਾ ਇਹ ਭੇਦ ਹੈ ਕਿ ਬਾਜ ਕਦੀ ਵੀ ਮੁਰਦਾ ਨਹੀਂ ਖਾਂਦਾ, ਪਰ ਬਾਸ਼ਾ ਹਮੇਸ਼ਾ ਮੁਰਦੇ ਵਿੱਚ ਮੂੰਹ ਮਾਰਦਾ ਹੈ। ਮੁਰਦੇ ਦਾ ਮਾਸ ਖੋ ਕੇ ਕਿਸੇ ਦੇ ਮੂੰਹ ਤੋਂ ਖੋ ਕੇ ਬਾਜ ਕਦੀ ਵੀ ਖੋਂਦਾ ਨਹੀਂ ਹੈ। ਬਾਜ ਆਪਣਾ ਸ਼ਿਕਾਰ ਕਰਕੇ ਖਾਂਦਾ, ਬਾਜ ਦਾ ਗੁਣ ਹੈ। ਪਰ ਇੱਥੇ ਬਾਸ਼ਾ ਵਰਤਿਆ, ਇਹ ਬਾਸ਼ਾ ਵਰਤਿਆ ਮਨਮੁਖ ਵਾਸਤੇ, ਇਹ ਬਾਸ਼ਾ ਵਰਤਿਆ ਪਾਪ ਦੀ ਕਮਾਈ ਖਾਣ ਵਾਲਿਆਂ ਵਾਸਤੇ। ਗੁਰੂ ਸਾਹਿਬ ਜੀ ਨੇ ਕਹਿੰਦੇ ਜਿਸ ਤਰ੍ਹਾਂ ਬਾਸ਼ਾ ਉਹਨੂੰ ਭੁੱਖ ਨਹੀਂ ਵੀ ਹੈ, ਤਾਂ ਵੀ ਉਹ ਕਿਸੇ ਦੇ ਮਾਸ ਦੇ ਟੁਕੜੇ ਨੂੰ ਕਿਸੇ ਕੋਲੋਂ ਖੋ ਕੇ, ਪੰਛੀ ਕੋਲੋਂ, ਕਹਿੰਦੇ ਉਥੋਂ ਖੋ ਕੇ ਤੇ ਆ ਕੇ ਆਪਣੀ ਧਰਤੀ ਤੇ ਜਿੱਥੇ ਉਹਨੇ ਦਬਾਣਾ ਉੱਥੇ ਰੱਖ ਦੇਗਾ। ਹੁਣ ਸਮਝੋ ਇਹਦੇ ਵਿੱਚ ਭੇਦ, ਇਹਦੇ ਵਿੱਚ ਸਾਨੂੰ ਕੀ ਉਪਦੇਸ਼ ਮਿਲਿਆ? ਬਾਸ਼ਾ ਪੰਛੀ ਤੇ ਉਹ ਮਾਸ ਦਾ ਲੋਚੜਾ, ਸਾਨੂੰ ਕੀ ਉਪਦੇਸ਼? ਅਸੀਂ ਕਿਵੇਂ ਸਮਝੀਏ ਇਹਦੇ ਵਿੱਚੋਂ ਗੁਰੂ ਸਾਹਿਬ? ਕਿ ਤੁਸੀਂ ਕਹਿੰਦੇ ਹੋ ਕਿ ਉਹੀ ਤੇ ਹਰਿਓ, ਉਥੋਂ ਹਰਦਾ। ਕਹਿੰਦੇ ਫਿਰ ਉਹਾਂ ਲੈ ਧਰਿਓ, ਉਥੇ ਧਰ ਦਿੰਦਾ। ਜੈਸੇ ਬਾਸਾ ਮਾਸ ਦੇਤ ਝਾਟੁਲੀ। ਕਹਿੰਦੇ ਜਿਵੇਂ ਉਸ ਮਾਸ ਦੇ ਟੁਕੜੇ ਨੂੰ ਉਹ ਆਪਣੇ ਝਪਟ ਕੇ ਆਪਣੇ ਕੋਲ, ਕਹਿੰਦੇ ਪਾਪ ਦੀ ਕਮਾਈ ਕਰਨ ਵਾਲਾ ਦੁਨੀਆ ਦੇ ਲੋਕੋ ਸੁਣ ਲਿਓ, ਜੇ ਕਿਸੇ ਤੋਂ ਝਪਟ ਕੇ ਲੈ ਕੇ ਆਉਂਦਾ, ਕਹਿੰਦੇ ਜਿਹੋ ਜੀ ਉਹ ਝਪਟ ਕੇ ਲੈ ਕੇ ਆਇਆ ਉਹਨੇ ਆਪਣੇ ਕੋਲ ਰੱਖ ਲਈ, ਵਰਤੋਂ ਕੀਤੀ। ਕਹਿੰਦੇ ਜਿਹੋ ਜੀ ਝਪਟ ਕੇ ਲਿਆਇਆ ਨਾ, ਕਹਿੰਦੀ ਮਾਇਆ ਉਹੋ ਜਿਹਾ ਹੀ ਰੂਪ ਧਾਨਕ ਰੂਪ ਵਰਤਾ ਕੇ ਉਸ ਘਰ ਦੇ ਵਿੱਚ ਕਲੇਸ਼ ਤੇ ਉਸ ਔਲਾਦ ਤੇ ਆਉਣ ਵਾਲੀ ਪੀੜ੍ਹੀ ਦਾ ਮਾੜਾ ਕਰ ਦਿੰਦੀ। ਕਮਾਲ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਕਿ ਬਾਸ਼ਾ ਪੰਛੀ ਝਪਟ। ਇਹੀ ਕਿਹਾ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੇ। ਇਸ ਝਪੱਟੇ ਦੇ ਵਿੱਚ ਬਾਸ਼ਾ ਪੰਛੀ ਦਾ ਜ਼ਿਕਰ ਕੀਤਾ। ਕਹਿੰਦੇ ਉਹਨਾਂ ਨੂੰ ਦੁੱਖ ਹੈ, ਜਿਹੋ ਜੀ ਉਹ ਝਪਟ ਕੇ ਲੈ ਕੇ ਆਏ, ਕਹਿੰਦੇ ਉਹੋ ਜੀ ਰੱਖ ਲਈ, ਉਹੋ ਜੀ ਮਾਇਆ ਨੇ ਫਿਰ ਗਰਕ ਕਰਕੇ ਰੱਖਤਾ। ਫਿਰ ਇਹ ਦੁੱਖਾਂ ਦਾ ਕਾਰਨ ਬਣ ਗਈ। ਫਿਰ ਇਹੀ ਪੁੱਤਰ ਕਲਤਰ ਮਾਇਆ ਕਾ ਧੂ। ਕਹਿੰਦੇ ਫਿਰ ਇਹ ਪੁੱਤਰ ਕਲਤਰ ਮਾਇਆ ਦੀ ਜੰਜੀਰ ਬਣ ਗਈ।
ਇਹ ਮਾਇਆ ਦਾ ਇਹ ਪਰਪੰਚ ਬਣ ਗਈ, ਇਹ ਰੋਗ ਬਣ ਗਈ, ਇਹ ਅਗਨ ਬਣ ਗਈ, ਇਹ ਬਾਹਰ ਦਾ ਸੇਕ ਬਣ ਗਈ, ਸਾੜਾ ਬਣ ਗਈ, ਦਾਵਾ ਅਗਨ ਜੰਗਲ ਦੀ ਅੱਗ ਬਣ ਗਈ, ਜਿਹੜਾ ਸਾਰਾ ਕੁਝ ਭਸਮ ਕਰਕੇ ਰੱਖ ਦੇਗੀ। ਗੁਰੂ ਅਰਜਨ ਸਾਹਿਬ ਕਹਿੰਦੇ ਇਹ ਜੀਵਨ ਜਾਂਚ ਨਹੀਂ ਹੋਣੀ ਚਾਹੀਦੀ ਸਿੱਖ ਦੀ। ਅੱਗੇ ਜ਼ਿਕਰ ਕਰਦੇ ਕਹਿੰਦੇ ਦੇਵਨਹਾਰ ਵਿਸਾਰਿਓ ਅੰਧਲੇ। ਕਹਿੰਦੇ ਫਿਰ ਇਸ ਮਾਇਆ ਦੀ ਦੂਸਰੀ ਬਿਰਤੀ ਸਿਰ ਦੇ ਉੱਤੇ ਇਹ ਠੱਗ ਬੂਟੀ, ਇਹ ਨਸ਼ਾ ਕਿਵੇਂ ਚੜਦਾ? ਕਹਿੰਦੇ ਜਿਸ ਦਿਨ ਆਵਨ ਲੱਗ ਜਾਂਦੀ ਹੈ ਨਾ, ਗਰਭ ਕਰਦੇ ਆ, ਕਹਿੰਦੇ ਜਬ ਕਿਛ ਪਾਵਤ ਤਬ ਗਰਭ ਕਰਤ ਹੈ, ਗੁਸਤਾਖੀ ਮਾਫ ਮਾਣ ਨਹੀਂ, ਗਰਭ ਕਰਤ ਹੈ। ਕਹਿੰਦੇ ਜਦ ਇਹ ਆਉਂਦੀ ਹੈ ਤੇ ਗਰਭ ਕਰਦਾ ਹੈ, ਕਹਿੰਦੇ ਉਸ ਗਰਭ ਦੇ ਵਿੱਚ ਕੀ ਹੁੰਦਾ ਹੈ? ਕਹਿੰਦੇ ਰੱਬ ਵਿਸਰ ਜਾਂਦਾ ਹੈ। ਕੀਤੇ ਕੋ ਮੇਰਾ ਸਮਾਨ ਹੈ, ਮੇਰਾ ਦਾ ਮਤਲਬ ਮੇਰਾ ਨਹੀਂ, ਮੇਰ ਪਰਬਤ। ਜੇ ਮਿਲ ਗਿਆ ਸਤਿਗੁਰ ਜੀ ਤੋਂ ਇਹ ਧਨ, ਇਹ ਮਾਇਆ ਮਿਲ ਗਈ, ਇਹ ਮਾਇਆ ਹੀ ਸਭ ਕੁਝ ਹੋ ਗਈ। ਜਿਨੇ ਦਿੱਤੀ ਕਰਨਹਾਰ ਤ੍ਰਿਣ ਜਾਣੇ, ਰੱਬ ਤਿਣਕਾ ਹੋ ਗਿਆ, ਸਤਿਗੁਰ ਜੀ ਦਾ ਸ਼ੁਕਰਾਨਾ ਭੁੱਲ ਗਏ। ਪਰ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਜਿਨ੍ਹਾਂ ਨੇ ਸ਼ੁਕਰਾਨਾ ਨਹੀਂ ਕੀਤਾ ਨਾ, ਉਹ ਧਰਤੀ ਤੇ ਭਾਰ ਨੇ, ਉਹ ਧਰਤੀ ਤੇ ਭਾਰ ਨੇ। ਦਿਲੋਂ ਮੁਹੱਬਤ ਜਿਨ ਸਹੀ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਆਕੇ ਜਪੋ ਜੀ, ਵਿਸਰਿਆ ਜਿਨ ਨਾਉ ਤੇ ਭੋਏ ਭਾਰ ਥੀ। ਭੋਏ ਕਹਿੰਦੇ ਧਰਤੀ, ਕਹਿੰਦੇ ਉਹਨਾਂ ਦਾ ਭਾਰ ਇਸ ਲਈ ਧਰਤੀ ਤੇ ਹੈ ਕਿਉਂਕਿ ਉਹਨਾਂ ਨੇ ਸਤਿਗੁਰ ਜੀ ਤੋਂ ਲੈ ਕੇ ਸਤਿਗੁਰ ਦਾ ਸ਼ੁਕਰਾਨਾ ਹੀ ਨਹੀਂ ਕੀਤਾ। ਪਹਿਲਾਂ ਇਸ ਦਰ ਤੇ ਆ ਕੇ ਕਰੋੜਾਂ ਅਰਦਾਸਾਂ ਕੀਤੀਆਂ ਕਿ ਸਤਿਗੁਰ ਜੀ ਇਹ ਦਾਤ ਬਖਸ਼ ਦਿਓ, ਇਹ ਦੇ ਦਿਓ। ਕਹਿੰਦੇ ਜਿਸ ਦਿਨ ਮਿਲ ਗਈ ਉਸ ਦਿਨ ਦੁਨੀਆ ਦੇ ਵਿੱਚ ਕਿਹਾ ਇਹ ਮੇਰੀ ਮਿਹਨਤ, ਇਹ ਮੈਂ ਪ੍ਰਾਪਤ ਕੀਤੀ ਹੈ, ਇਹ ਮੇਰਾ ਯਤਨ ਹੈ। ਕਰਨਹਾਰ ਤ੍ਰਿਣ ਜਾਣੇ, ਕਰਨਹਾਰ ਤਿਨਕਾ ਹੋ ਗਿਆ। ਸਤਿਗੁਰ ਜੀ ਕਹਿੰਦੇ ਉਸ ਦਿਨ ਕੀ ਹੁੰਦਾ? ਉਹ ਇਹ ਠੱਗ ਬੂਟੀ ਫਿਰ ਕਰਦੀ ਕੀ ਹੈ? ਇਹ ਸਿਰ ਤੇ ਚੜ ਕੇ ਕਿਵੇਂ ਬੋਲਦੀ ਹੈ, ਇਹ ਕਿਵੇਂ ਠੱਗਣ ਲੱਗ ਜਾਂਦੀ ਹੈ? ਸਤਿਗੁਰ ਜੀ ਕਹਿੰਦੇ ਫਿਰ ਦੇਵਨਹਾਰ ਵਿਸਾਰਿਓ ਅੰਧਲੇ। ਕਹਿੰਦੇ ਫਿਰ ਇਹ ਕਿਰਪਨ ਬਣਾ ਦਿੰਦੀ ਹੈ। ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਜੇ ਸਿੱਖ ਇਹ ਕਹੇ ਨਾ ਮੈਂ ਅੰਧਲਾ ਤੇ ਤੁਹਾਡਾ ਨਾਮ ਮੇਰੇ ਇਸ ਅੰਧੇ ਮਨ ਨੂੰ ਸਹਾਰਾ ਹੈ, ਫਿਰ ਇਹ ਮਾਇਆ ਡੁਲਾ ਨਹੀਂ ਸਕਦੀ। ਪਰ ਜੇ ਇਹ ਕਿਰਪਨ ਬਣਾ ਦੇਗੀ, ਕਿਰਪਨ ਦਾ ਮਤਲਬ ਕੰਜੂਸ, ਕਿਰਪਨ ਦਾ ਮਤਲਬ ਆਪਣੀ ਹੀ ਗਰਜ਼ਾਂ ਦਾ ਭਰਿਆ ਹੋਇਆ। ਸਤਿਗੁਰੂ ਜੀ ਕਹਿੰਦੇ ਦੇਵਨਹਾਰ ਵਿਸਾਰਿਓ ਅੰਧਲੇ, ਜਿਉ ਸਫਰੀ ਉਧਰ ਭਰੈ ਬਹਿ ਹਾਟੁਲੀ। ਕਹਿੰਦੇ ਫਿਰ ਇਹ ਕਰੇਗਾ ਕਿ ਇਨਸਾਨ ਜਦ ਇਹ ਸਾਡੇ ਸਿਰ ਤੇ ਚੜੇਗੀ ਨਾ, ਕਹਿੰਦੇ ਇਹ ਸਮਝੋ ਇੱਕ ਬੰਦੇ ਨੇ ਇੱਥੋਂ ਤੁਰ ਕੇ ਅੰਮ੍ਰਿਤਸਰ ਸਾਹਿਬ ਜਾਣਾ। ਕਹਿੰਦੇ ਇਧਰੋਂ ਤੁਰ ਕੇ ਉਹਨੇ ਜਾਣਾ, ਆਪਣੀ ਤਿਆਰੀਆਂ ਕੀਤੀਆਂ, ਸਫ਼ਰ ਸ਼ੁਰੂ ਕੀਤਾ, ਕੱਲ ਤੱਕ ਪਹੁੰਚਣਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਪਰ ਜੇ ਆਪਾਂ ਕਿਤੇ ਰਸਤੇ 'ਚ ਰੁਕ ਜਾਈਏ, ਰਸਤੇ ਤੇ ਕਿਸੇ ਹਾਟ ਤੇ ਹੱਟੀ ਤੇ ਢਾਬੇ ਤੇ ਰੈਸਟੋਰੈਂਟ ਤੇ ਬੈਠ ਕੇ ਉਥੇ 4-5 ਦਿਨ ਖਾਂਦੇ ਰਹੀਏ, 4-5-10 ਦਿਨ ਉਥੇ ਵਿਸਰ ਹੀ ਜਾਈਏ ਕਿ ਅਸੀਂ ਜਾਣਾ ਕਿੱਥੇ ਹੈ, ਘਰੋਂ ਨਿਕਲੇ ਕਿਸ ਵਾਸਤੇ ਸੀ, ਸਾਡਾ ਮਕਸਦ ਕੀ ਸੀ। ਉਥੇ ਬੈਠ ਕੇ ਖਾ ਕੇ ਅਸੀਂ ਗਾਫਲ ਹੋ ਜਾਏ, ਉੱਥੇ ਹੀ ਰਹਿ ਕੇ ਤੇ ਸਾਨੂੰ ਚੇਤਾ ਹੀ ਨਾ ਰਹੇ ਕਿ ਅਸੀਂ ਘਰੋਂ ਨਿਕਲੇ ਕਿੱਥੋਂ ਸੀ। ਕਹਿੰਦੇ ਫਿਰ ਦੂਸਰਾ ਅਸਰ ਇਸ ਮਾਇਆ ਨੇ ਇਹ ਕਰਨਾ ਹੈ ਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਓ, ਦੂਜਾ ਲਾਇਆ ਜ਼ਿੰਦਗੀ ਦੇ ਮਨੋਰਥ ਤੋਂ ਗਾਫਲ ਕਰ ਦੇਗੀ। ਬੰਦੇ ਨੂੰ ਇਹ ਬਿਲਕੁਲ ਵਿਸਰ ਜਾਏਗਾ ਕਿ ਮਾਨਸ ਜਨਮ ਦੁਲੰਭ, ਗੁਰਮੁਖ ਪਾਇਆ ਮਨ ਤਨ ਹੋਏ ਚੁਨੰਬ। ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ। ਅਸੀਂ ਤੇ ਜਨਮ ਸਵਾਰਨ ਵਾਸਤੇ ਆਏ ਸੀ, ਇਹ ਤੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਸੀ। ਪਰ ਹੋਇਆ ਕੀ ਜਿਉਂ ਸਫਰੀ, ਜਿਵੇਂ ਕੋਈ ਸਫਰ ਕਰਨ ਵਾਲਾ ਘਰੋਂ ਨਿਕਲਿਆ ਤੇ ਹੈ, ਪਰ ਹੋਇਆ ਕੀ ਉਧਰ ਭਰੈ ਬਹਿ ਹਾਟੁਲੀ। ਕਹਿੰਦੇ ਆਪਣੇ ਢਿੱਡ ਨੂੰ ਭਰਨ ਲੱਗ ਗਿਆ, ਬਸ ਕਿਸੇ ਹੱਟ ਤੇ ਦੁਕਾਨ ਤੇ ਬੈਠ ਕੇ ਤੇ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਭੁੱਲ ਗਿਆ। ਸੱਚੀ ਗੱਲ ਹੈ, ਇਹ ਬਿਰਤੀ ਸਾਡੇ ਜ਼ਿੰਦਗੀ ਦੇ ਮਕਸਦ ਤੋਂ ਸਾਨੂੰ ਖੁੰਝਾ ਦਿੰਦੀ ਹੈ। ਇਹ ਗਰਭ ਐਸਾ ਸਾਡੇ ਸਿਰ ਤੇ ਚੜਦਾ ਹੈ, ਸਾਨੂੰ ਆਪਣੀ ਉਸ ਬਿਰਤੀ ਦਾ ਵੀ ਚੇਤਾ ਨਹੀਂ ਰਹਿੰਦਾ। ਭਾਵ ਸਿੱਧੇ ਲਫ਼ਜ਼ ਸੇ ਜੇ ਮੈਂ ਕਹਾਂ, ਇਹ ਮਾਇਆ ਸਾਨੂੰ ਸਾਡੀ ਔਕਾਤ ਭੁਲਾ ਦਿੰਦੀ ਹੈ। ਜਿਸ ਦਿਨ ਅਸੀਂ ਆਪਣੀ ਔਕਾਤ ਵਿਸਰ ਗਏ ਨਾ ਕਿ ਅਸੀਂ ਕੀ ਸੀ ਤੇ ਅਸੀਂ ਕੌਣ ਹਾਂ, ਕਹਿੰਦੇ ਉਸ ਦਿਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਬਚਨ ਨੂੰ ਚੇਤੇ ਕਰਿਓ। ਫਿਰ ਚੇਤਾ ਇਹ ਆਏਗਾ, ਜੇ ਗੁਰੂ ਰਾਮਦਾਸ ਜੀ ਇਹ ਕਹਿ ਸਕਦੇ ਹਮ ਰੁਲਤੇ
फिरते कोई बात ना पूछता, गुर सतगुर संग। अगे बचन की है जी, कीरे हम थापे। ते असी की बनी फिरदे हां इस गर्भ दे विच, अपनी जिंदगी दे मकसद नूं भुला के। साहिब जी अगे बख्शिश करदे, कहंदे इन्हें कीता की, इहदा असर की होया। साध विकार विकार झूठ रस। कहंदे इहदा जिहड़ा स्वाद सी ना, फिर जद सिर ते चढ़न लग गया, गर्भ पहला गर्भ चढ़िया, अहंकार चढ़िया, फिर जिंदगी दे मनोरथ नूं भुल गए, फिर यह भी भुल गए कि मरना हुण चीत नहीं आउंदा। बोल ना जाने माया मद माता, मद कहंदे नशा। की विसर गया, मरना चीत ना आवे। जद ये विसर गया, कहंदे फिर होया कि साध विकार। कहंदे फिर जिन्नी ये माया वधदी गई, माया दा पसारा वधदा गया, कहंदे पाप वधने शुरू हो गए। कहंदे पापां दा कोई अंत ही नहीं। ऐसे ऐसे पाप इंसान करन ते उतारू हो गया जेड़े कदी चित चेते विच भी नहीं सोचे सी। कहंदे ये माया फिर पाप कराउंदी है, ऐसे डाढ़े पाप कराउंदी है, ऐसे धानक पाप कराउंदी है जिन्हों बंदा आप वेख के घबराउंदा है। आ बचन सुनो जी, आ तुक तो बाद मैं आसा की वार दा एक बचन रखना है पौड़ी दा, फिर शायद गल सौखी समझ आ जाए। सतगुरु जी कहंदे साध विकार विकार झूठ रस, जह जानो तह भीर बाटुली। कहंदे पहला ते विकार दे विच पै गए असी, बहुत विकार, बहुत। एक जन्म दे नहीं, कहंदे बहुत जन्मां दे, बहुत जन्मां दे। कहंदे पापां दे विच पै गए, विकार झूठ रस, फिर ये मद माया दे रस च पै गए। कहंदे ये विसर गए जिन्ना पाप, जिन्ने पापां दा भार असी ढोई जावांगे। कहंदे अगे जिहड़ा रस्ता है ना, आउण वाला जिहड़ा समा है इथों तुरन वेले, कहंदे वो रस्ता पता है किस तरह का है। कहंदे जह जानो तह भीर बाटली। कहंदे अगे जाण वाला रस्ता बहुत भीड़ा हुंदा जाएगा जिन्ने पाप असी कमाउंदे जावांगे। भीर कहंदे भीड़ा, बाटली कहंदे बाट। आ शब्द आ एक पौड़ी दा बचन गुरु नानक साहब जी दा सरवण करिए, ये गल समझ आएगी कि ये पाप किवें साडे सिर ते चढ़दे ने, इस बिरती दे, माया दी बिरती। कहंदे हुंदा की है, बंदा इस तन दे अहंकार दे विच सब कुछ भूल जाता है। ये माया भी है, तन का ही रूप है। हुंदा की है, कहंदे एक ते जर पहले बुढ़ेपे आउण तो सानू चिंता होंदी है, पर सतगुरु जी कहंदे जर वेस करेंदी आई। अगे सतगुरु जी कृपा करते हैं, बंदा लख यतन करता कि मैं इस तो बच जावां, पर कहंदे ये विकार इस तरह के सिर झड़ के बोलते हैं। कहंदे अपना हुक्म चलाउंदा। ये बचन है, हुक्म किए मन भावंदे। गुरु नानक साहब महाराज इस माया की बिरती नशे दे विच बंदा अपना ही कीता हिकमत करता है, अपना धक्का करता है, जो मैनू चंगा लग रहा है, जो गुरु नू चंगा लगता है वो नहीं, जो बलहारी कुदरत वसिया करके है वो नहीं, जो मैनू चंगा लग रहा है। हुक्म किए मन भावदे, पर सतगुर कहंदे अगे की होना है, राह भीड़ा अगे जावड़ा। कहंदे अगे राह भीड़ा हुंदा जा रहा। जह पेंडे महा अंध गुबारा, उस रस्ते ते जिन्ना इत्थे पाप वधदा जा रहा है, उथे गुबार हनेरा वधदा जा रहा। कहंदे ये है हुक्म किए मन भावदे, राह भीड़ा अगे जावना। ते फिर हुंदा की है, कहंदे जिस दिन इस पापां दा लेखा जोखा हुंदा है ना, नंगा दोजक चालिया राह दिसै खरा डरावना। कहंदे गुरु ग्रंथ साहब महाराज जी दी बाणी गुरु नानक साहब बिल्कुल बेखौफ होके बोलते हैं। कहंदे उस दिन साडे पापां दे लेखा जोकां नूं नंगा करके दिखा दिता जांदा है, भाई ये पाप कीते, ये धक्का कीता, आ जिहड़ी आ खट खट्टी है ना, जिहड़ी आ बचन दी शुरुआत है, जिहड़ी खाट खाटली कीती है, कहंदे ये है। कहंदे फिर की हुंदा है, कहंदे फिर असी अपना रूप देख के घबरा जांदे हैं, डर जांदे हैं। नंगा दोजक चालिया राह दिसै खरा डरावना। अपना ही रूप कीता होया पाप कि असी ये भी पाप कीते, ये भी पाप कीते। कहंदे ये फिर बड़ा डरावना लगता है। नंगा दोजक चालिया राह दिसै खरा डरावना। पर सतगुरु जी कहंदे है, पर होना की है, कर औगण पछोतावना। हुण फिर पछतावा रह जाता है। पछतावा ना रहे
सतगुरु जी कहते माया का असर ना रहे, इको एक तरीका है कि सतगुरु जी नूं चेते करिए, मौत नूं चेते करिए। कमाल की गल है, कल मैनू फोन आया साध संगत का बाहरों, कहते अज बड़ी कमाल की गल की है, असी सिख कहाउण वाले उस अकाल की पूजा करते हैं, अकाल के पुजारी हैं जिहड़ा रब दिसदा नहीं है, रूप ना रंग ना रेख किच त्रै गुण ते प्रभ भिन्न, पर कहते जिहड़ा उहदा दिसदा पसारा है कुदरत, उहनूं असीं एक्सप्लॉइट करी जा रहे हैं। जिहड़ा दिसदा नहीं आ उहदे पुजारी आ, ते जिहड़ा उहदा ही रूप बलिहारी कुदरत वसिया उहनूं एक्सप्लॉइट कर रहे हैं। पर सतगुरु जी कहते ये माया का रूप बड़ा धानक है, ये नहीं है, माया इवें नहीं है। अगे सतगुरु जी बख्शिश करते हैं, कहते कहते कहो नानक समझ रे ए आने, आज काल खुलै तेरी गांठली। ते हुण विचार का तत्त ये निकलिया कि फिर माया ना कमाई जाए, माया ना भोगी जाए, माया तो निर्लेप हो लिया जाए। एक साखी करांगा जी आप संगतां दे नाल, 2 मिनट का समा है, ये गल स्पष्ट हो जाएगी। बड़ी कीमती साखी है। समर्थ रामदास महाराष्ट्र का यह साधु होया, 1630 की घटना है। गुरु हरगोबिंद साहब जी का प्रकाश पुरब आप मना के हटे हाँ पिछले दिनों। गुरु हरगोबिंद साहब महाराज जी कश्मीर वाहिगुरु श्रीनगर की धरती पर पहुंचते हैं। श्रीनगर इस साधु नाल भेंट होंदी है, इसका नाम है समर्थ रामदास। और ये साधु महाराष्ट्र की धरती तो उठ के आया होया, श्रीनगर दे विच घाटियां दे विच मिलाप होया। इन्हें बड़ा सुनिया गुरु नानक साहब जी के दरबार का, उन्होंने घर की गल। जिस दिन गुरु हरगोबिंद साहब महाराज जी के रूबरू होंदा है तो उत्थे बचन करदा है, कहंदा गुरु नानक साहब का घर तो फकीरी वाला है ते तुहाडे उत्ते माया का प्रकोप है। तुसी कलगी लाई फिरदे हो, घोड़े ते सवार हो, शस्त्र बस्त्र त्यार बर त्यार, सोहणियां पोशाकां कलगियां लाइयां, ते हुण सुनो माया का की प्रताप है गुरु घर दे विच। किवें माया ये दासी बन के खेड वरताउंदी है। इनू क्या है, हर के नाम स्यों मेरा मन लागा, हर नाम स्यों मेरा मन लागा, लोगन स्यों मेरा ठाठा बागा। दुनिया के लोगों को लगेगा माया भोग रहा है, पर गुरु हरगोबिंद साहब महाराज जी का उत्तर सुनो जी। समर्थ रामदास महाराष्ट्र की धरती ते 1753 किताब है जी, ये रामदास की किताब दे विच ये जिक्र किया हुआ है। हरिचंद स्वामी की किताब से उन्हें एक साखी लिखी है। गुरु हरगोबिंद साहब कहते रामदास भुलेखा ना खा, एक गुरु नानक का घर है, ये विच बातन फकीरी जाहर अमीरी, ते कहते शस्त्र क्यों, कहते शस्त्र कहते गरीब की रखिया, कहते जरवाने की भिख्या। गुरु नानक संसार नहीं त्याग्या था, गुरु नानक माया त्यागी सी। ये जेड़े गुरु नानक साहब महाराज जी के उपदेश नूं कमा के मौत चेते रख के, जाना चेते रख के माया त्याग देंदे है, माया की इस बिरती नूं त्याग देंदे है, फिर माया उस ते हावी नहीं होंदी। सतगुरु जी कहते पर अज शस्त्र उत्ते आ विपरन वालों ये सिख शस्त्र नहीं रख सकते। आ जिहड़ी घटना हुई, मैं उन्होंने लोगों को आही उपदेश देना चाहना, जे अज ये तेग मीरी पीरी गुरु हरगोबिंद साहब महाराज जी की, गुरु गोबिंद सिंह महाराज जी की ना होंदी ना कहूँ अब की, ना कहूँ तब की, अगर ना होते गोबिंद सिंह तो सुन्नत होती सब की। अज ओही विपर मसीतां विच बैठे होंदे। सतगुरु जी का यह शस्त्र, ये खंडे बाटे की पौल की दात है जी। सारे खंडे बाटे की पौल की दात छको, गुरु वाले बनो। गुरु अर्जन साहब महाराज कहते नहीं तो कहते अज या कल ये श्वासां की गंढ खुलण वाली है, फिर बहुत बहुत पछतावा होएगा जे प्रभु का नाम ना जपया गया। 2 दिन आप संगतां दी विचार वजों सेवा करदे बेअंत प्रकार दीयां भुलां गलतियां हो गई होणगीਆਂ। समुचे तौर पर सारियां दा धन्नवाद, दिल्ली गुरुद्वारा प्रबंधक कमेटी का धन्नवाद, आप संगतां दा गुरु हरकृष्ण साहब महाराज जी का सब तो वध धन्नवाद। भुलां चुकां दी खिमा बख्शो, गज वज के फतेह बुलाओ जी। वाहिगुरू जी का खालसा, वाहिगुरू जी की फतेह। राम